ਵਾਹਿਗੁਰੂ। ਸਾਹਿਬ ਜੀਓ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਸਤਿਗੁਰ ਸੰਧਿਆ ਭਏ, ਉਠੇ ਸਭਾ ਤੇ ਆਏ। ਤੰਬੂ ਬਿਖੇ ਪਰਯੰਕ ਪਰ, ਬੈਠੇ ਆਨੰਦ ਉਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ
10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਜਗਤ ਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ। ਔਰ ਆਪਾਂ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕਰਕੇ ਲੜੀਵਾਰ ਗੁਰ ਇਤਿਹਾਸ, ਗੁਰੂ ਜੀਵਨ ਸਰਵਣ ਕਰਦੇ ਹਾਂ। ਉਪਰੰਤ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ। ਆਓ ਜਿੱਥੇ ਜਿੱਥੇ ਆਪ ਸਮੂਹ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਸਭਾਏਮਾਨ ਹੋ, ਬੇਅੰਤ ਸੰਗਤ ਬਾਹਰ ਸੇਵਾਵਾਂ ਦੇ ਵਿੱਚ ਹਾਜ਼ਰੀ ਭਰ ਰਹੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਸੇਵਾ ਦੇ ਵਿੱਚ ਹਾਜ਼ਰੀ ਭਰਦੇ ਹੋਏ ਮਨ ਬਿਰਤੀ ਗੁਰੂ ਕੇ ਚਰਨਾਂ ਦੇ ਨਾਲ ਜੋੜ ਕੇ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਛੇਵੇਂ ਸਤਿਗੁਰਾਂ ਨੇ ਬਾਦਸ਼ਾਹ ਸ਼ਾਹਜਹਾਨ ਤੋਂ ਤੀਸਰਾ ਜਿਹੜਾ ਜੰਗ ਆਪਣੀ ਜ਼ਿੰਦਗੀ ਦਾ ਕੀਤਾ ਔਰ ਜਿੱਤਿਆ ਹੈ। ਬਹੁਤ ਵੱਡੀ ਜਿੱਤ ਜੰਗ ਦੇ ਵਿੱਚ ਗੁਰੂ ਸਰ ਮਹਾਰਾਜ ਮਾਲਵੇ ਦੀ ਧਰਤੀ ਤੇ ਸਤਿਗੁਰਾਂ ਨੂੰ ਇਹ ਜਿੱਤ ਪ੍ਰਾਪਤ ਹੋਈ ਹੈ। ਔਰ ਜਿੱਤਣ ਤੋਂ 8 ਦਿਨ ਬਾਅਦ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਾਏ ਜੋਧ ਸ਼ਾਹ ਔਰ ਉਹਦੇ ਭਰਾ ਸਲੇਮ ਸ਼ਾਹ ਨੇ ਬੇਨਤੀ ਕੀਤੀ, ਪਾਤਸ਼ਾਹ ਇੱਥੇ ਤਾਂ ਆਪਾਂ ਜੰਗ ਲੜਨ ਵਾਸਤੇ ਆਏ ਸੀਗੇ ਤੇ ਜੰਗ ਜਿੱਤਿਆ ਗਿਆ ਹੈ, ਹੁਣ ਸਾਨੂੰ ਚੱਲਣਾ ਚਾਹੀਦਾ ਹੈ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਉਹਨਾਂ ਦੀ ਬੇਨਤੀ ਸਵੀਕਾਰ ਕੀਤੀ ਹੈ। ਸਲੇਮ ਸ਼ਾਹ ਪਹਿਲਾਂ ਆ ਗਿਆ ਹੈ ਤੇ ਅਗਲੇ ਦਿਨ ਸਤਿਗੁਰੂ ਜੀ ਵੀ ਉੱਥੋਂ ਚੱਲ ਪਏ ਤੇ ਚੱਲਦੇ ਹੋਏ ਪਾਤਸ਼ਾਹ ਜੀ ਇੱਕ ਨਗਰ ਦੇ ਵਿੱਚ ਪਹੁੰਚੇ ਹਨ, ਜਿਸ ਨਗਰ ਦਾ ਨਾਮ ਹੈ ਨਿਥਾਣਾ। ਪਾਤਸ਼ਾਹ ਜੀ ਜਦੋਂ ਇਸ ਨਗਰ ਦੇ ਵਿੱਚ ਪਹੁੰਚੇ ਤੇ ਇੱਥੇ ਸਤਿਗੁਰਾਂ ਦੇ ਚਰਨਾਂ ਦਾ ਇੱਕ ਸ਼ਰਧਾਲੂ ਹੈ, ਮਾਲਕ ਦੀ ਬੰਦਗੀ ਕਰਨ ਵਾਲਾ ਇੱਕ ਭਗਤ ਹੈ ਜਿਹਦਾ ਨਾਮ ਹੈ ਕਾਲੂ ਨਾਥ। ਉਹਦੇ ਮਨ ਦੀ ਭਾਵਨਾ ਸੀਗੀ ਕਿ ਸਤਿਗੁਰੂ ਜੀ ਦਰਸ਼ਨ ਦੀਦਾਰੇ ਦੇਣ ਔਰ ਬੜੇ ਚਿਰਾਂ ਤੋਂ ਬੰਦਗੀ ਦੇ ਵਿੱਚ ਲੀਨ ਹੈ। ਪਾਤਸ਼ਾਹ ਜੀ ਨੇ ਇੱਕ ਸੇਵਕ ਭੇਜਿਆ। ਸੇਵਕ ਵੀ ਉਸ ਕਾਲੂ ਨਾਥ ਦੀ ਪਰਖ ਕਰਕੇ ਬੜਾ ਹੈਰਾਨ ਹੋਇਆ, ਇਹ ਤਾਂ ਬਹੁਤ ਬੰਦਗੀ ਦੇ ਵਿੱਚ ਲੀਨ, ਸਿਮਰਨ ਦੇ ਵਿੱਚ ਲੀਨ ਔਰ ਅੰਤਰਜਾਮੀ ਮਹਾਤਮਾ ਹੈ। ਤੇ ਇਹਨੂੰ ਜਾ ਕਰਕੇ ਗੁਰੂ ਕੇ ਸਿੱਖ ਨੇ ਸੁਨੇਹਾ ਦਿੱਤਾ ਕਿ ਛੇਵੇਂ ਪਾਤਸ਼ਾਹ ਜੀ ਇੱਧਰੋਂ ਲੰਘ ਰਹੇ ਹਨ ਔਰ ਅੱਜ ਇੱਥੇ ਰੁਕਣਗੇ। ਹੁਣ ਛੇਵੇਂ ਪਾਤਸ਼ਾਹ ਜੀ ਇੱਥੇ ਰੁਕੇ ਹਨ ਤੇ ਇਹ ਕਾਲੂ ਨਾਥ ਜਿਹਦੇ ਅੰਦਰ ਆਤ ਦੀ ਨਿਮਰਤਾ ਹੈ, ਇਹ 2 ਘੜੇ ਦੁੱਧ ਦੇ ਲੈ ਕਰਕੇ ਇੱਕ ਆਪਣੇ ਪੁੱਤਰ ਦੇ ਸਿਰ ਤੇ ਰੱਖਿਆ ਹੈ, ਇੱਕ ਆਪਣੇ ਆਪ ਚੁੱਕਿਆ ਹੋਇਆ ਹੈ। ਚੱਲ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਬੇਅੰਤ ਸੰਗਤ ਜਿਹੜੀ ਆਸ-ਪਾਸ ਦੀ ਨਗਰਾਂ ਦੀ ਸੰਗਤ ਹੈ, ਨਗਾਰੇ ਵੱਜੇ, ਵੱਡਾ ਦਲ ਆਇਆ ਹੈ ਤੇ ਬੇਅੰਤ ਸੰਗਤ ਹੋਰ ਵੀ ਇਕੱਠੀ ਹੋ ਗਈ ਹੈ।
ਕਿ ਸਤਿਗੁਰੂ ਜੀ ਬਹੁਤ ਵੱਡਾ ਜੰਗ 35,000 ਦੇ ਨਾਲ ਫੌਜ ਦੇ ਨਾਲ ਲੜਿਆ ਹੈ ਤੇ ਜਿੱਤ ਗਏ ਹਨ। ਤੇ ਜਿੱਤਣ ਤੋਂ ਬਾਅਦ ਇੱਧਰ ਨੂੰ ਆ ਰਹੇ ਹਨ, ਮਾਲਵੇ ਦੀ ਧਰਤੀ 'ਤੇ ਪਾਤਸ਼ਾਹ ਜੀ ਵਿਚਰ ਰਹੇ ਹਨ। ਤੇ ਜਦੋਂ ਸਤਿਗੁਰੂ ਜੀ ਉੱਥੇ ਰੁਕੇ ਹਨ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਨਗਰ ਦੇ ਵਿੱਚ, ਤੇ ਨਗਰ ਵਾਲਿਆਂ ਨੇ ਬੜੀ ਖੁਸ਼ੀ ਦੇ ਨਾਲ ਸੋਹਣੀ ਥੱਲੇ ਗਲੀਚੇ ਲਾ ਕਰਕੇ ਸੋਹਣੀ ਫਰਸ਼ ਤਿਆਰ ਕੀਤੀ ਹੈ ਔਰ ਪਾਤਸ਼ਾਹ ਜੀ ਦਾ ਸੋਹਣਾ ਆਸਣ ਲਾਇਆ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦੁਪਹਿਰ ਦੇ ਆਰਾਮ ਕਰਨ ਤੋਂ ਬਾਅਦ ਸ਼ਾਮ ਵੇਲੇ ਉੱਥੇ ਬਿਰਾਜੇ ਹਨ। ਬੇਅੰਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਔਰ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਿਤ ਕੀਤੀਆਂ ਔਰ ਸਤਿਗੁਰਾਂ ਦੇ ਕੋਲੋਂ, ਸਿੱਖਾਂ ਦੇ ਕੋਲੋਂ ਜੰਗ ਕਿਵੇਂ ਜਿੱਤਿਆ ਹੈ ਇਹ ਸੁਣ ਕੇ ਬੜੇ ਹੈਰਾਨ ਹੋ ਰਹੇ ਸਨ, ਬੜੇ ਖੁਸ਼ ਹੋ ਰਹੇ ਸਨ। 4,000 ਦੀ ਫੌਜ ਨੇ ਕਿਵੇਂ 35,000 ਦੀ ਫੌਜ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਘਰ ਦੀ ਅਜ਼ਮਤ ਬਹੁਤ ਵੱਡੀ ਹੈ। ਔਰ ਇੱਥੇ ਹੀ ਹੁਣ ਕਾਲੂ ਨਾਥ ਪਹੁੰਚਿਆ ਹੈ, ਗੁਰੂ ਕੇ ਚਰਨਾਂ ਦੇ ਵਿੱਚ ਵਿਰਾਜਮਾਨ, ਤੇ ਸਤਿਗੁਰਾਂ ਨੇ ਉਹਦੀ ਨਿਮਰਤਾ ਦੇਖ ਕਰਕੇ ਬੜੇ ਭਾਰੀ ਉਪਕਾਰ, ਬੜੀਆਂ ਬਖਸ਼ਿਸ਼ਾਂ ਉਹਦੇ 'ਤੇ ਕੀਤੀਆਂ ਹਨ। ਔਰ ਇਹਦਾ ਪੁੱਤਰ ਵੀ ਨਾਲ ਹੈ। ਪਾਤਸ਼ਾਹ ਜੀ ਨੇ ਉਸ ਨੂੰ ਵੀ ਦੁੱਧ ਪ੍ਰਸ਼ਾਦ ਦੇ ਵਜੋਂ ਦਿੰਦੇ ਹੋਏ ਗਰੀਬ ਨਿਵਾਜ ਨੇ ਉਹਦੇ 'ਤੇ ਵੀ ਬਖਸ਼ਿਸ਼ਾਂ ਕੀਤੀਆਂ, ਉਹਨੂੰ ਵੀ ਤਾਰ ਦਿੱਤਾ, ਭਗਤੀ ਦੇ ਵਿੱਚ ਲਾ ਦਿੱਤਾ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਸੇਵਕ ਯਾਦ ਕਰ ਰਹੇ ਸਨ, ਇਹਨਾਂ ਨੂੰ ਦਰਸ਼ਨ ਦੇ ਦਾਰੇ ਦਿੰਦੇ ਹੋਏ ਪਾਤਸ਼ਾਹ ਜੀ ਫਿਰ ਇੱਕ ਰਾਤ ਜਿਹੜੀ ਹੈ, ਇਹ ਨਿਥਾਣਾ ਜਿਹੜਾ ਪਿੰਡ ਹੈ, ਇੱਥੇ ਸਤਿਗੁਰਾਂ ਨੇ ਸ਼ਾਮ ਵੇਲੇ ਗਰੀਬ ਨਿਵਾਜ ਇੱਥੇ ਟਿਕੇ ਹੋਏ ਹਨ। ਆਓ ਇਸ ਤੋਂ ਜਿਹੜਾ ਅਗਲੇਰਾ ਪ੍ਰਸੰਗ ਹੈ, ਭਾਵਨਾ ਸਹਿਤ ਸਰਵਣ ਕਰਦੇ ਹਾਂ। ਛੇਵੇਂ ਪਾਤਸ਼ਾਹ ਜੀ ਕਿਵੇਂ ਮਾਲਵੇ ਦੀ ਧਰਤੀ 'ਤੇ ਜਿੱਥੇ ਜਿੱਥੇ ਕੋਈ ਸ਼ਰਧਾਲੂ ਉਹਨਾਂ ਨੂੰ ਯਾਦ ਕਰਦਾ ਹੈ, ਪਾਤਸ਼ਾਹ ਜੀ ਦਰਸ਼ਨ ਦੇ ਦਾਰੇ ਦਿੰਦੇ ਹਨ, ਉਹਨਾਂ ਦੀਆਂ ਭਾਵਨਾ ਪੂਰੀ ਕਰਦੇ ਹਨ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਸਤਿਗੁਰੂ ਜੀ ਮੁਕਤ ਹਨ ਤੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਯਾਦ ਕੀਤਾ, ਦਰਸ਼ਨ ਦੇ ਦਾਰੇ ਦੇ ਕਰਕੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਮੁਕਤ ਕੀਤਾ, ਉਹਨਾਂ ਦਾ ਵੀ ਜੀਵਨ ਸਫਲ ਕੀਤਾ ਹੈ। ਆਓ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਗਲੇਰਾ ਜਿਹੜਾ ਇਤਿਹਾਸ ਹੈ, ਜੀਵਨ ਸਰਵਣ ਕਰੀਏ। ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਸਤਿਗੁਰ ਸੰਧਿਆ ਭਏ, ਉਠੇ ਸਭਾ ਤੇ ਆਏ। ਸੰਧਿਆ ਦਾ ਵੇਲਾ ਹੋ ਗਿਆ ਹੈ। ਸ਼ਾਮ ਵੇਲੇ ਬੇਅੰਤ ਸੰਗਤ ਇਕੱਤਰ ਹੋਈ ਸੀਗੀ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਦੇ ਵਿੱਚ ਗਏ ਹਨ ਔਰ ਰਬਾਬੀ ਸਿੰਘਾਂ ਨੇ ਜਿੱਥੇ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਗਾਏ ਹਨ, ਉੱਥੇ ਬਾਅਦ ਵਿੱਚ ਸੰਗਤ ਨੂੰ ਦਰਸ਼ਨ ਦਿਦਾਰੇ ਦਿੱਤੇ, ਉਹਨਾਂ ਦੀਆਂ ਬੇਨਤੀਆਂ ਸਰਵਣ ਕੀਤੀਆਂ। ਗਰੀਬ ਨਿਵਾਜ ਸਤਿਗੁਰਾਂ ਨੇ ਉਹਨਾਂ 'ਤੇ ਬੇਅੰਤ ਬਖਸ਼ਿਸ਼ਾਂ ਕਰਨ ਤੋਂ ਬਾਅਦ ਪਾਤਸ਼ਾਹ ਜੀ ਦੀਵਾਨ ਵਾਲੀ ਜਗ੍ਹਾ ਤੋਂ ਉੱਠ ਕਰਕੇ ਆਪਣੇ ਨਿਜ ਅਸਥਾਨ ਵਾਲੇ ਪਾਸੇ ਆਏ ਹਨ। ਤੰਬੂ ਵਿਖੇ ਪ੍ਰਯੰਕ ਪਰ ਬੈਠੇ ਆਨੰਦ ਉਪਾਏ। ਤੇ ਬੜੇ ਪ੍ਰੇਮ ਦੇ ਨਾਲ ਤੰਬੂ ਦੇ ਵਿੱਚ ਜਿਹੜਾ ਸੋਹਣਾ ਪਲੰਗ ਲਾਇਆ ਗਿਆ ਹੈ, ਸੁੰਦਰ ਵਿਛਾਈ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਆਨੰਦ ਦੇ ਨਾਲ ਉਸ ਉੱਪਰ ਵਿਰਾਜਮਾਨ ਹੋਏ ਹਨ। ਨਿਸ਼ਾਨੀ ਛੰਦ ਖਾਨ ਪਾਨ ਕਰ ਜਾਮਨੀ, ਸੁਖ ਤੇ ਪਰਸੋਏ। ਤੇ ਰਾਤ ਦਾ ਪ੍ਰਸ਼ਾਦਾ ਛਕਣ ਤੋਂ ਬਾਅਦ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਨੇ ਉਸ ਨਗਰ ਦੇ ਵਿੱਚ ਇੱਕ ਰਾਤ ਵਿਸਰਾਮ ਕੀਤਾ, ਇੱਕ ਰਾਤ ਵਾਸਤੇ ਰੁਕੇ ਹਨ। ਭਾਈ ਭੋਰ ਜਾਗੇ ਪ੍ਰਭੂ ਸਾਵਧਾਨੇ ਹੋਏ। ਤੇ ਅੰਮ੍ਰਿਤ ਵੇਲੇ ਗਰੀਬ ਨਿਵਾਜ ਪਾਤਸ਼ਾਹ ਜੀ ਜਾਗੇ, ਸਾਵਧਾਨ ਹੋਏ, ਤਿਆਰ ਬਰ ਤਿਆਰ ਹੋਏ ਹਨ। ਸੋਚ ਇਸ਼ਨਾਨੈ ਖਾਨ ਕਰ, ਜਬ ਭਇਓ ਪ੍ਰਕਾਸ਼ਾ। ਤੇ ਜਦੋਂ ਦਿਨ ਚੜ ਗਿਆ
ਤੇ ਗਰੀਬ ਨਿਵਾਜ ਤਿਆਰ ਬਰ ਤਿਆਰ ਹੋ ਚੁੱਕੇ ਹਨ। ਅੰਮ੍ਰਿਤ ਵੇਲੇ ਮਾਲਕ ਦੇ ਚਰਨਾਂ ਦੇ ਨਾਲ ਜੁੜੇ, ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ ਰੋਜ਼ਾਨਾ ਦੀ ਤਰ੍ਹਾਂ। ਦਿਨ ਚੜ੍ਹ ਗਿਆ ਹੈ, ਸਾਰੇ ਗਰੀਬ ਨਿਵਾਜ ਪਾਤਸ਼ਾਹ ਜੀ ਸਾਰੇ ਤਿਆਰ ਹੋਏ ਹਨ। ਵੇਦ ਅਰੂਡਣ ਕੇ ਤੁਰੰਗ ਅਨਮਾਇਓ ਪਾਸਾ। ਤੇ ਪਾਤਸ਼ਾਹ ਜੀ ਚੱਲਣ ਲੱਗੇ ਹਨ ਔਰ ਸਤਿਗੁਰਾਂ ਵਾਸਤੇ ਸੋਹਣਾ ਜਿਹੜਾ ਘੋੜਾ ਹੈ ਉਹਦੇ ਤੇ ਕਾਠੀ ਪਾ ਕਰਕੇ ਗੁਰੂ ਕੇ ਸਿੱਖਾਂ ਨੇ ਬੜੇ ਪ੍ਰੇਮ ਸਹਿਤ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਏ ਹਨ। ਜੋਧ ਸਹਿਤ ਜੋਧਾ ਸਕਲ ਕਰ ਕਰ ਨਿਜ ਤਿਆਰੀ। ਔਰ ਭਾਈ ਜੋਧ ਰਾਏ ਦੇ ਸਮੇਤ ਬੇਅੰਤ ਜਿਹੜੇ ਹੋਰ ਸੈਨਾਪਤੀ, ਬੇਅੰਤ ਹੋਰ ਯੋਧੇ ਸਨ ਜਿਹੜੇ ਗੁਰੂ ਕੇ ਜਰਨੈਲ, ਸਾਰੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਕਰਕੇ, ਸ਼ਸਤਰ ਵਸਤਰ ਸਜਾ ਕਰਕੇ ਗਰੀਬ ਨਿਵਾਜ ਉਸ ਨਗਰ ਤੋਂ ਅੱਗੇ ਚੱਲਣ ਲੱਗੇ ਹਨ। ਥੋੜ੍ਹੇ ਕੁ ਸਮੇਂ ਦੇ ਬਾਅਦ ਸਾਰੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਗਏ ਹਨ। ਜੀਨ ਭਵੰਗਮ ਪਾਏ ਕਰ ਠਾਨੀ ਅਸਵਾਰੀ। ਤੇ ਸਤਿਗੁਰਾਂ ਦੇ ਘੋੜੇ ਤੇ ਵੀ ਕਾਠੀ ਕੱਸੀ ਹੋਈ ਹੈ, ਸਜਾਈ ਹੋਈ ਹੈ। ਤੇ ਕਹਿਣ ਲੱਗੇ ਕਿ ਹੁਣ ਚੱਲਣ ਵਾਸਤੇ ਸਾਰਿਆਂ ਨੇ ਔਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਵੀ ਤਿਆਰੀ ਕਰ ਲਈ ਹੈ। ਗੁੰਦਵ ਬਾਜਤ ਸ਼ਬਦ ਬਾਟ ਸਤਿਗੁਰ ਚੜ ਚਾਲੇ। ਬਹੁਤ ਉੱਚੀ ਨਗਾਰਿਆਂ ਦੇ ਉੱਪਰ ਚੋਟ ਲੱਗੀ ਹੈ, ਜਿਹਦਾ ਮਤਲਬ ਹੈ ਕਿ ਜਿਹੜਾ ਸਾਰਾ ਦਲ ਹੈ ਹੁਣ ਚੱਲਣ ਲੱਗਿਆ ਹੈ। ਸੰਕੇਤ ਕੀਤਾ ਗਿਆ ਹੈ, ਨਗਾਰੇ ਵੱਜੇ ਔਰ ਗਰੀਬ ਨਿਵਾਜ ਪਾਤਸ਼ਾਹ ਜੀ ਵੀ ਘੋੜੇ ਤੇ ਸਵਾਰ ਹੋਏ ਹਨ। ਕਰਤੇ ਬਿਰਦ ਅਖੀਰ ਕੋ ਮਨ ਮ੍ਰਿਗਨ ਮਿਸਾਲੇ। ਤੇ ਮਾਲਵਾ ਜਿਹੜਾ ਸੀਗਾ ਬਹੁਤ ਜ਼ਿਆਦਾ ਹਿੱਸਾ ਉਸ ਵੇਲੇ ਜੰਗਲੀ ਇਲਾਕਾ ਸੀਗਾ, ਬਹੁਤ ਸੰਘਣੀ ਬ੍ਰਿਛ ਸਨ। ਗਰੀਬ ਨਿਵਾਜ ਪਾਤਸ਼ਾਹ ਜੀ ਇੱਧਰ ਵਿਚਰ ਰਹੇ ਹਨ। ਤੇ ਹੁਣ ਜੰਗਲ ਦੇ ਵਿੱਚ ਦੀ ਲੰਘਦਿਆਂ ਹੋਇਆਂ ਕਈ ਭਿਆਨਕ ਖਤਰਨਾਕ ਜਿਹੜੇ ਜਾਨਵਰ ਸਨ ਉਹਨਾਂ ਦਾ ਸਤਿਗੁਰੂ ਜੀ ਚੱਲਦੇ ਹੋਏ ਬੇਅੰਤ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਕਰਤ ਬਤਕ ਬਾਜੋਦ ਮੋ ਮੁਖ ਹਾਸ ਬਿਲਾਸੇ। ਤੇ ਰਸਤੇ ਦੇ ਵਿੱਚ ਚੱਲਦਿਆਂ ਹੋਇਆਂ ਕਦੇ ਜੰਗ ਦੀਆਂ ਗੱਲਾਂ ਚੱਲਦੀਆਂ ਹਨ, ਜਿਹੜਾ ਪਾਤਸ਼ਾਹ ਜੀ ਹੁਣੇ ਲੜ ਕੇ ਆਏ ਹਨ, ਤੇ ਕਦੇ ਹੋਰ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਹਨ। ਪਾਤਸ਼ਾਹ ਜੀ ਪ੍ਰਸੰਨ ਹੁੰਦੇ ਹਨ, ਹਾਸਾ ਵਿਲਾਸ ਕਰਦੇ ਹੋਏ ਵੱਡਾ ਜਿਹੜਾ ਦਲ ਹੈ ਪਾਤਸ਼ਾਹ ਜੀ ਦਾ ਅੱਗੇ ਵੱਧ ਰਿਹਾ ਹੈ। ਕਾਂਗੜ ਪੁੜ ਪਰਾਪਤ ਪਏ ਉਤਰੇ ਤਿਸ ਪਾਸੇ। ਹੁਣ ਕਾਂਗੜ ਪਿੰਡ ਜਿੱਥੋਂ ਦੇ ਰਹਿਣ ਵਾਲੇ ਇਹ ਦੋਵੇਂ ਭਰਾ ਸਨ, ਭਾਈ ਜੋਧ ਰਾਏ ਔਰ ਸਲੇਮ ਸ਼ਾਹ। ਇਹ ਦੋਨੋਂ ਸੈਨਾਪਤੀ ਸਨ ਜਿਨ੍ਹਾਂ ਨੇ ਸਤਿਗੁਰਾਂ ਦੀ ਫੌਜ ਦੇ ਵਿੱਚ ਅੱਗੇ ਹੋ ਕੇ ਬਹੁਤ ਵੱਡਾ ਯੁੱਧ ਕੀਤਾ ਹੈ। ਤੇ ਸਰੀਰ ਤੇ ਬੇਅੰਤ ਫੱਟ ਲੱਗੇ ਹੋਏ ਹਨ। ਮਾਲਕ ਨੂੰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਪਾਤਸ਼ਾਹ ਆਓ ਸਾਡੇ ਨਗਰ ਦੇ ਵਿੱਚ ਆਓ, ਦੁਬਾਰਾ ਫਿਰ ਚਰਨ ਪਾਓ। ਇੱਥੋਂ ਹੀ ਪਾਤਸ਼ਾਹ ਜੀ ਗੁਰੂ ਸਰ ਮਹਾਰਾਜ ਜੰਗ ਕਰਨ ਵਾਸਤੇ ਇੱਕ ਸੋਹਣੇ ਇਲਾਕੇ ਦੇ ਵਿੱਚ ਗਏ ਸਨ। ਜੰਗ ਕਰਨ ਤੋਂ ਬਾਅਦ ਫਿਰ ਪਾਤਸ਼ਾਹ ਜੀ ਇੱਧਰ ਹੀ ਪਰਤ ਰਹੇ ਹਨ। ਹੁਣ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੁਬਾਰਾ ਕਾਂਗੜ ਪਿੰਡ ਦੇ ਵਿੱਚ ਦੁਬਾਰਾ ਪਹੁੰਚੇ ਹਨ। ਆਵਤ ਭਇਓ ਪ੍ਰੰਕ ਬਾਰ ਤਤਕਾਲ ਡਸਾਇਓ। ਔਰ ਆਉਂਦਿਆਂ ਸਾਰੀ ਸੰਗਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਉਡੀਕ ਰਹੀਆਂ ਹਨ, ਨਗਰ ਨਿਵਾਸੀ ਤੇ ਰਾਏ ਜੋਧ ਸ਼ਾਹ ਦਾ ਪਰਿਵਾਰ। ਕਹਿਣ ਲੱਗੇ ਆਉਂਦਿਆਂ ਸਾਰੀ ਸੋਹਣਾ ਜਿਹੜਾ ਪਲੰਗਾ ਹੈ ਉਹਦੇ ਤੇ ਆਵਤ ਭਇਓ ਪ੍ਰੰਕ ਥਰ ਤਤਕਾਲ ਡਸਾਇਓ। ਝਾਟੇ ਸੋਹਣੇ ਆਸਣ ਵਿਛਾਈ ਹੋਈ ਹੈ, ਸਤਿਗੁਰੂ ਜੀ ਵਾਸਤੇ ਸੋਹਣਾ ਪਲੰਗਾ ਤਿਆਰ ਹੈ। ਸ੍ਰੀ ਸਤਿਗੁਰ ਬੈਠੇ ਤਬੈ ਮੁਖ ਤੇ ਫਰਮਾਇਓ। ਤੇ ਸਤਿਗੁਰੂ ਜੀ ਬਿਰਾਜਮਾਨ ਹੋ ਕਰਕੇ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਨੇ ਮੁਖ ਤੋਂ ਫਰਮਾਇਆ ਹੈ। ਜੋਧ ਸ਼ਾਹ ਕਮਨੋ ਸਦਨ ਵਿਸ਼ਰਾਮ ਕਰੀਜੈ। ਹੁਣ ਸਤਿਗੁਰੂ ਜੀ ਕਿਉਂਕਿ ਦਲ ਬਹੁਤ ਵੱਡਾ ਹੈ, ਪਾਤਸ਼ਾਹ ਜੀ ਦੇ ਨਾਲ ਵੱਡੀ ਸੈਨਾ ਹੈ, ਤੇ ਸਤਿਗੁਰੂ ਜੀ ਫਿਰ ਜਿਹੜੇ ਨਗਰ ਦੇ ਵਿੱਚ ਜਾਂਦੇ ਸਨ ਸੈਨਾ ਦਾ ਧਿਆਨ ਰੱਖਦਿਆਂ ਹੋਇਆਂ ਇੱਕ ਖੁੱਲ੍ਹੀ ਜਗ੍ਹਾ 'ਤੇ ਤੰਬੂ ਸ਼ਮਿਆਨੇ ਲਾ ਲਏ ਜਾਂਦੇ ਸਨ, ਕਿਉਂਕਿ ਘਰ ਦੇ ਵਿੱਚ ਇੱਕ ਵੱਡੀ ਸੈਨਾ ਦਾ ਟਿਕਣਾ ਮੁਸ਼ਕਲ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਨਗਰ ਤੋਂ ਬਾਹਰ ਇੱਕ ਰਮਣੀਕ ਜਗ੍ਹਾ 'ਤੇ ਗੁਰੂ ਕੇ ਦਲ ਦਾ ਉਤਾਰਾ ਕਰਵਾਇਆ ਗਿਆ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਹੈ, ਜੋਧ ਸ਼ਾਹ ਗਮਨੋ ਸਦਨ ਵਿਸਰਾਮ ਕਰੀਜੈ ਹੈ। ਹੇ ਜੋਧ ਸ਼ਾਹ, ਹੇ ਪਿਆਰੇ ਸਿੱਖ, ਜਾਓ ਘਰ ਦੇ ਵਿੱਚ ਜਾਓ,
ਹੁਣ ਰਾਏ ਜੋਧ ਸ਼ਾਹ ਬਹੁਤ ਵੱਡਾ ਸਰਦਾਰ ਹੈ, ਲਕਾਰ ਹੈ, ਇਹਦਾ ਘਰ ਇਸੇ ਪਿੰਡ ਦੇ ਵਿੱਚ ਹੈ। ਕਹਿਣ ਲੱਗੇ ਪਾਤਸ਼ਾਹ ਤੂੰ ਆਪਣੇ ਘਰ ਦੇ ਵਿੱਚ ਜਾ, ਸਰੀਰ 'ਤੇ ਕਈ ਤਰ੍ਹਾਂ ਦੇ ਇਹਦੇ ਫੱਟ ਲੱਗੇ ਹੋਏ ਹਨ, ਬਹੁਤ ਵੱਡਾ ਮੁਕਾਬਲਾ ਦੁਸ਼ਮਣਾਂ ਦੇ ਨਾਲ ਅੱਗੇ ਜਾ ਕਰਕੇ ਇਹਨੇ ਕੀਤਾ ਹੈ। ਤੇ ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਆਰਾਮ ਕਰੋ, ਜਾਓ ਜੋਧ ਸ਼ਾਹ ਜਾ ਕਰਕੇ ਵਿਸਰਾਮ ਕਰੋ ਜੀ। ਮਿਲੋ ਸਕਲ ਪਰਿਵਾਰ ਸੋ ਸੁਖ ਤੇ ਸੁਖ ਦੀਜੈ। ਤੇ ਪਰਿਵਾਰ ਉਡੀਕਦਾ ਹੋਏਗਾ ਤੇ ਜਾਓ ਜਾ ਕਰਕੇ ਮਿਲੋ ਆਪਣੇ ਪਰਿਵਾਰ ਨੂੰ ਤੇ ਸਾਰਿਆਂ ਨੂੰ ਪ੍ਰਸੰਨ ਕਰੋ ਜੀ। ਆਏ ਸੁਮਾਨੀ ਗਇਓ ਘਰ ਆਈ ਕਿਸਦਾਰਾ। ਔਰ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਰਾਏ ਜੋਧ ਸ਼ਾਹ ਆਪਣੇ ਘਰ ਦੇ ਵਿੱਚ ਗਿਆ ਹੈ। ਔਰ ਇਹਦੀ ਪਤਨੀ ਜਿਹੜੀ ਹੈ ਇਹਨੇ ਇਹਦਾ ਜਾ ਕਰਕੇ ਹਾਲ ਚਾਲ ਪੁੱਛਿਆ, ਜੰਗ ਬਾਰੇ ਜਾਣਿਆ ਹੈ। ਲਗੇ ਘਾਵ ਗਨ ਤਨ ਵਿਖੈ ਪਤ ਸੂਰ ਨਿਹਾਰਾ। ਔਰ ਆਪਣੇ ਪਤੀ ਦੇ ਜਦੋਂ ਸਰੀਰ ਨੂੰ ਦੇਖਦੀ ਹੈ ਤੇ ਸਰੀਰ 'ਤੇ ਕਈ ਤਰ੍ਹਾਂ ਦੇ ਫੱਟ ਲੱਗੇ ਹੋਏ ਹਨ। ਇਹਦੀ ਘਰਵਾਲੀ ਨੇ ਜਦੋਂ ਦੇਖਿਆ ਹੈ ਤੇ ਜਦੋਂ ਫੱਟ ਦੇਖਦੀ ਹੈ ਤੇ ਖੁਸ਼ ਹੁੰਦੀ ਹੈ, ਮੇਰੇ ਪਤੀ ਦੇ ਸਰੀਰ 'ਤੇ ਫੱਟ ਲੱਗੇ ਹਨ, ਮਤਲਬ ਹੈ ਜੰਗ ਦੇ ਮੈਦਾਨ ਦੇ ਵਿੱਚ 6ਵੇਂ ਪਾਤਸ਼ਾਹ ਜੀ ਦਾ ਸਾਥ ਦਿੰਦੇ ਹੋਏ ਅੱਗੇ ਜਾ ਕਰਕੇ ਲੜੇ ਹਨ। ਆਪ ਸਮੂਹ ਸੰਗਤਾਂ ਨੇ ਪਹਿਲਾਂ ਜਿਨ੍ਹਾਂ ਨੇ ਇਤਿਹਾਸ ਸਰਵਣ ਕੀਤਾ ਹੈ ਪਿਛਲਾ ਆਪਾਂ ਜਾਣਦੇ ਹਾਂ। ਰਾਏ ਜੋਧ ਸ਼ਾਹ ਨੂੰ ਇਹਦੀ ਪਤਨੀ ਨੇ ਆਪ ਕਹਿ ਕਰਕੇ ਭੇਜਿਆ ਸੀਗਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਬੜਾ ਵੱਡਾ ਹੈ ਤੇ 6ਵੇਂ ਪਾਤਸ਼ਾਹ ਜੀ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ। ਤੇ ਜੇ ਸਤਿਗੁਰਾਂ ਦੇ ਸਾਥ ਦਿੰਦਿਆਂ ਹੋਇਆਂ ਦੁਸ਼ਮਣਾਂ ਦੇ ਨਾਲ ਲੜਦਿਆਂ ਹੋਇਆਂ ਜੇ ਕਿਤੇ ਜਾਨ ਵੀ ਚਲੇ ਜਾਏਗੀ ਤੇ ਇਹ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਬਹੁਤ ਵੱਡੀ ਸੇਵਾ ਹੋਏਗੀ, ਚੰਗੇ ਭਾਗ ਹੋਣਗੇ ਜੇ ਕਿਤੇ ਸ਼ਹਾਦਤ ਵੀ ਹੋ ਜਾਂਦੀ ਹੈ। ਇਸ ਕਰਕੇ ਇਹਦੀ ਪਤਨੀ ਨੇ ਪ੍ਰੇਰਿਆ ਸੀਗਾ, ਹੇ ਪਤੀ ਦੇਵ ਜੀ ਤੁਸੀਂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਗ ਨਹੀਂ ਛੱਡਣਾ, ਭਾਵੇਂ ਕੈਸਾ ਵੀ ਭਿਆਨਕ ਸਮਾਂ ਆਵੇ। ਤੇ ਹੁਣ ਰਾਏ ਜੋਧ ਸ਼ਾਹ ਜੰਗ ਜਿੱਤਿਆ ਹੈ, ਸਰੀਰ 'ਤੇ ਫੱਟ ਲੱਗੇ ਹਨ। ਇਹਦੀ ਘਰਵਾਲੀ ਬੜੀ ਪ੍ਰਸੰਨ ਹੋਈ ਹੈ ਕਿ ਮੇਰੇ ਪਤੀ ਨੇ 6ਵੇਂ ਪਾਤਸ਼ਾਹ ਜੀ ਦਾ ਸਾਥ ਦਿੱਤਾ ਹੈ, ਭਾਵੇਂ ਕਈ ਫੱਟ ਲੱਗੇ ਹਨ ਪਰ ਪਿੱਛੇ ਨਹੀਂ ਹਟੇ, ਜੰਗ ਜਿਤਾ ਕਰਕੇ ਵਾਪਸ ਪਰਤੇ ਹਨ। ਇਹ ਦੇਖ ਕੇ ਸੁਣ ਕੇ ਬੜੀ ਖੁਸ਼ ਹੁੰਦੀ ਹੈ। ਜਾਣਿਓ ਭਇਓ ਸਹਾਏ ਗੁਰ ਏਤਕ ਰਣ ਕਾਲਾ। ਤੇ ਫਿਰ ਜਾਣਿਆ ਹੈ, ਪੁੱਛਿਆ ਹੈ, ਜਾਣਿਓ ਭਇਓ ਸਹਾਏ ਗੁਰ ਕੇਤਕ ਰਣ ਕਾਲਾ, ਕਿਵੇਂ ਜੰਗ ਹੋਇਆ ਹੈ, ਕਿੰਨੀ ਕੁ ਵੱਡੀ ਫੌਜ ਸੀਗੀ ਤੇ ਕਿਸ ਤਰ੍ਹਾਂ ਸਾਰਾ ਹਾਲ ਚਾਲ ਇਹਦੀ ਪਤਨੀ ਨੇ ਪੁੱਛਿਆ ਹੈ। ਜੀਤਿਆਂ ਨਾ ਪਿਖਿਓ ਨਿਜ ਕੰਤ ਕੋ ਬਲ ਕਰੇ ਵਿਸਾਲਾ। ਔਰ ਫਿਰ ਜਾਣਦੀ ਹੈ ਕਿ ਮੇਰੇ ਪਤੀ ਨੇ ਅੱਗੇ ਹੋ ਕਰਕੇ ਜੰਗ ਕੀਤਾ ਹੈ। ਆਪ ਸਮੂਹ ਸੰਗਤ ਨੇ ਇਤਿਹਾਸ ਸਰਵਣ ਕੀਤਾ ਹੈ ਕਿ ਜਦੋਂ ਲਾਹੌਰ ਤੋਂ ਚੱਲੀ ਹੋਈ ਫੌਜ ਮਾਲਵੇ ਦੀ ਧਰਤੀ 'ਤੇ 35,000 ਦੀ ਸ਼ਾਹਜਹਾਨ ਦੀ ਬਾਦਸ਼ਾਹ ਦੀ ਫੌਜ ਪਹੁੰਚੀ ਸੀਗੀ ਤੇ ਉਹਨਾਂ ਨੇ ਦਿਨ ਚੜ੍ਹਨ ਦੀ ਉਡੀਕ ਵੀ ਨਹੀਂ ਕੀਤੀ, ਰਾਤ ਹੀ ਗੁਰੂ ਕੀ ਫੌਜ 'ਤੇ ਹਮਲਾ ਕਰ ਦਿੱਤਾ ਸੀਗਾ। ਪਹਿਲਾਂ 7,000 ਦਾ ਦਲ ਆਇਆ, ਫਿਰ 8,000 ਦਾ ਦਲ ਆਇਆ, ਉਸ ਤੋਂ ਬਾਅਦ 10,000 ਦੇ 3 ਵਾਰੀ ਇਹ ਦਲ ਆਏ ਸੀ। ਕੁੱਲ 25,000 ਦੀ ਫੌਜ ਵਾਰੀ ਤਿੰਨਾਂ ਦਲਾਂ ਦੇ ਵਿੱਚ ਸਤਿਗੁਰਾਂ ਦੇ ਉੱਪਰ ਢਹਿ ਪਈ ਸੀਗੀ। ਉਸ ਵੇਲੇ ਅੱਗੇ ਹੋ ਕਰਕੇ ਸਲੇਮ ਸ਼ਾਹ ਤੇ ਰਾਏ ਜੋਧ ਸ਼ਾਹ ਨੇ ਰਾਤ ਵਾਲੀ ਜੰਗ ਦੇ ਵਿੱਚ ਵੱਡੇ ਜ਼ੋਰ ਦਿਖਾਏ, ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਦਾ ਮੁਕਾਬਲਾ ਕੀਤਾ, ਘਮਸਾਨ ਦਾ ਯੁੱਧ ਕਰਕੇ ਤੇ ਉਹਨਾਂ ਨੂੰ ਖਤਮ ਕਰ ਦਿੱਤਾ ਸੀਗਾ। ਤਰ੍ਹਾਂ ਦੇ ਫੱਟ ਸਰੀਰ 'ਤੇ ਆਪਣੇ ਵੀ ਵੱਡੇ ਲੱਗੇ ਹੋਏ ਹਨ। ਇਹ ਸਾਰਾ ਕੁਛ ਇਹਦੀ ਘਰਵਾਲੀ ਨੇ ਜਾਣਿਆ ਹੈ ਕਿ ਮੇਰੇ ਪਤੀ ਨੇ 6ਵੇਂ ਪਾਤਸ਼ਾਹ ਜੀ ਦੇ ਆਸ਼ੀਰਵਾਦ ਨਾਲ ਅੱਗੇ ਹੋ ਕੇ ਜੰਗ ਕੀਤਾ ਹੈ। ਤੇ ਕਹਿਣ ਲੱਗੇ ਉਸ ਵੇਲੇ ਕਿ ਜੀਅਤ ਭਿਖਿਓ ਨਿਜ ਕੰਤ ਕੋ ਬਲ ਕਰੇ ਵਿਸਾਲਾ, ਮੇਰੇ ਪਤੀ ਨੇ ਵੱਡੇ ਬਲ ਦੇ ਨਾਲ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਤਬ ਬੁਝਿਓ ਸਭ ਕਹਿਤ ਭਾ ਗੁਰ ਸਮਨੈ ਦੂਜਾ। ਔਰ ਉਹਨੇ ਰਾਏ ਜੋਧ ਸ਼ਾਹ ਨੇ ਫਿਰ ਆਖਿਆ ਕਿ ਆਪਣੀ ਘਰਵਾਲੀ ਨੂੰ ਕਹਿਣ ਲੱਗਿਆ, ਮੈਂ ਜਾ ਕੇ ਦੇਖ ਕੇ ਹੈਰਾਨ ਹੋਇਆ ਹਾਂ, ਕਿਉਂਕਿ ਪਹਿਲਾਂ ਇਹਦੀ ਜਿਹੜੀ ਪਤਨੀ ਹੈ ਉਹ ਗੁਰੂ ਘਰ ਦੇ ਨਾਲ ਜੁੜੀ ਸੀਗੀ, ਇੱਕ ਸਿੱਖ ਦੀ ਪੁੱਤਰੀ ਸੀ ਜਿਹੜੀ ਰਾਏ ਜੋਧ ਸ਼ਾਹ ਦੇ ਨਾਲ ਵਿਆਹੀ ਹੋਈ ਹੈ। ਆਪਣੀ ਪਤਨੀ ਤੋਂ ਗੁਰੂ ਘਰ ਦਾ ਜਸ ਸੁਣ ਕੇ ਤੇ ਰਾਏ ਜੋਧ ਸ਼ਾਹ ਬਾਅਦ ਵਿੱਚ ਗੁਰੂ ਕੇ ਚਰਨਾਂ ਦੇ ਨਾਲ ਜੁੜਿਆ ਹੈ ਆਪਣੀ ਪਤਨੀ ਦੇ ਕਹਿਣ 'ਤੇ। ਇਸ ਕਰਕੇ ਇਹ ਗੁਰੂ ਘਰ ਦੀ ਮਹਿਮਾ ਨੂੰ ਬਹੁਤਾ ਨਹੀਂ ਜਾਣਦਾ।
ਤੇ ਕੁਝ ਕੁ ਸਮਾਂ ਹੋਇਆ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਿਆ ਤੇ ਪਹਿਲੀ ਵਾਰੀ ਸਤਿਗੁਰਾਂ ਦਾ ਸੰਗ ਕੀਤਾ ਹੈ। ਤੇ ਹੁਣ ਸਤਿਗੁਰਾਂ ਦੇ ਕੌਤਕ ਦੇਖ ਕੇ, ਪਾਤਸ਼ਾਹ ਜੀ ਦਾ ਬਲ ਦੇਖ ਕੇ ਬੜਾ ਹੈਰਾਨ ਹੈ। ਆਪਣੀ ਪਤੀ ਨੂੰ ਦੱਸਦਾ ਹੈ, ਕਹਿਣ ਲੱਗਿਆ ਤਬ ਬੂਝਿਓ ਸਭ ਕਹਿਤ ਭੈ ਗੁਰ ਸਾਹਮਣੇ ਦੂਜਾ। ਕਹਿਣ ਲੱਗੇ ਪਹਿਲਾਂ ਤਾਂ ਮੈਂ ਸੁਣਿਆ ਹੀ ਸੀਗਾ, ਸਾਰੇ ਕਹਿ ਰਹੇ ਸਨ, ਪਰ ਹੁਣ ਤਾਂ ਮੈਂ ਅੱਖੀਂ ਦੇਖ ਆਇਆ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਾਨ ਦੁਨੀਆ ਦੇ ਵਿੱਚ ਕੋਈ ਦੂਜਾ ਰਾਜਾ, ਕੋਈ ਗੁਰੂ ਪੀਰ ਪੈਗੰਬਰ ਅਵਤਾਰ ਮਹਾਂਪੁਰਸ਼ ਨਹੀਂ ਹੈ। ਸਕਲ ਕਲਾ ਸਮਰੱਥ ਬਲੀ ਸਗਲੇ ਜਗ ਪੂਜਾ। ਤੇ ਸਤਿਗੁਰੂ ਜੀ ਸਾਰੀਆਂ ਕਲਾ ਸਮਰੱਥ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਜੈਸੀ ਕਿਸੇ ਦੀ ਭਾਵਨਾ ਹੁੰਦੀ ਹੈ ਉਹਦੀ ਭਾਵਨਾ ਪੂਰੀ ਕਰਦੇ ਹਨ। ਉਹਨਾਂ ਦੇ ਚਰਨਾਂ ਦੇ ਵਿੱਚੋਂ ਭਗਤੀ ਤੇ ਸ਼ਕਤੀ ਦੀ ਦਾਤ ਮਿਲਦੀ ਹੈ। ਉਹ ਪੀਰਾਂ ਦੇ ਪੀਰ ਹਨ ਤੇ ਬਾਦਸ਼ਾਹਾਂ ਦੇ ਬਾਦਸ਼ਾਹ ਹਨ। ਸਾਰਾ ਕੁਝ ਦੇਖ ਕੇ ਹੈਰਾਨ ਹੋਇਆ। ਆਪਣੀ ਘਰਵਾਲੀ ਨੂੰ ਕਹਿੰਦਾ ਹੈ, ਕਹਿਣ ਲੱਗੇ ਤੂੰ ਸੱਚ ਆਖਦੀਆਂ ਹੈ ਭਗਵਾਨੇ, ਸਤਿਗੁਰੂ ਤਾਂ ਸਮਰੱਥ ਹੈ, ਬਲੀ ਹੈ, ਤੇ ਸਗਲੇ ਜੱਗ ਦੇ ਵਿੱਚ ਜਿੱਥੇ ਮੈਂ ਜਾ ਕੇ ਦੇਖਿਆ ਹੈ ਥਾਂ ਥਾਂ ਤੇ ਪਾਤਸ਼ਾਹ ਜੀ ਦੀ ਪੂਜਾ ਹੁੰਦੀ ਹੈ। ਜਹਾਂ ਜਥਾ ਠਾਨੈ ਤਥਾ ਮਾਨੈ ਗੁਰ ਆਨਾ। ਤੇ ਕਹਿਣ ਲੱਗੇ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਚਾਹੁੰਦੇ ਹਨ ਉਸੇ ਤਰ੍ਹਾਂ ਹੀ ਕਰ ਲੈਂਦੇ ਹਨ। ਜੋ ਉਹਨਾਂ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੋ ਜਾਂਦਾ ਹੈ। ਮਨਹਿ ਸੁਰ ਆਨਾ। ਤੇ ਕਹਿਣ ਲੱਗੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤਾਂ ਦੇਵਤੇ ਵੀ ਝੁਕਦੇ ਹਨ। ਵੱਡੇ ਭਾਗ ਹਮਾਰੇ ਪਏ ਮਿਲ ਕੀਏ ਸੁਖ ਨਾਨਾ। ਔਰ ਸਾਡੇ ਚੰਗੇ ਭਾਗ ਤੇਰੀ ਪ੍ਰੇਰਨਾ ਦੇ ਨਾਲ ਮੈਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੁੜਿਆ ਹਾਂ ਤੇ ਮੈਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਤੇ ਜੰਗ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਪਾਤਸ਼ਾਹ ਜੀ ਨੇ ਮੇਰੇ ਕੋਲੋਂ ਸੇਵਾ ਲਈ ਹੈ। ਤੇ ਕਹਿਣ ਲੱਗਿਆ ਮੈਂ ਤਾਂ ਪ੍ਰਸੰਨ ਹਾਂ, ਖੁਸ਼ ਹਾਂ। ਭਾਵੇਂ ਸਰੀਰ ਤੇ ਕਈ ਤਰ੍ਹਾਂ ਦੇ ਫੱਟ ਲੱਗੇ ਹੋਏ ਹਨ, ਪਰ ਗੁਰੂ ਕਾ ਸਿੱਖ ਕਹਿ ਰਿਹਾ ਮੈਂ ਭਾਗਾਂ ਵਾਲਾ ਹਾਂ। ਮੇਰੇ ਚੰਗੇ ਭਾਗ ਕਿ ਮੈਨੂੰ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਕਰਕੇ ਜੰਗ ਕਰਨ ਦਾ ਉਹਨਾਂ ਵਾਲੇ ਪਾਸਿਓਂ ਸੁਭਾਗ ਪ੍ਰਾਪਤ ਹੋਇਆ ਹੈ। ਵੱਡੇ ਭਾਗ ਹਮਰੇ ਪਏ ਮਿਲ ਕੀਏ ਸੁਖ ਨਾਨਾ। ਮੈਂ ਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਕਈ ਤਰ੍ਹਾਂ ਦੇ ਆਨੰਦ ਸੁੱਖ ਪ੍ਰਾਪਤ ਕਰ ਲਏ ਹਨ। ਫਤਿਹ ਪਾਏ ਜਸ ਕੋ ਲਿਓ ਗਨ ਤੁਰਕ ਖਪਾਏ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਂ ਕਿਰਪਾ ਤਾਂ ਬਹੁਤ ਵੱਡੀ ਹੈ। ਇੰਨੇ ਕੋ ਦਲ ਦੇ ਨਾਲ ਏਡੀ ਵੱਡੀ ਫੌਜ ਦਾ ਭਿੜ ਜਾਣਾ ਤੇ ਜਿੱਤ ਪ੍ਰਾਪਤ ਕਰ ਲੈਣੀ, ਇਹ ਤਾਂ ਪਾਤਸ਼ਾਹ ਜੀ ਦੀ ਬਹੁਤ ਵੱਡੀ ਅਜ਼ਮਤ ਹੈ। ਕਹਿਣ ਲੱਗੇ ਫਤਿਹ ਪਾਏ ਜਸ ਕੋ ਲਿਓ। ਫਤਿਹ ਪ੍ਰਾਪਤ ਹੋਈ ਹੈ, ਬਹੁਤ ਵੱਡਾ ਪਾਤਸ਼ਾਹ ਜੀ ਦਾ ਜਸ ਹੋਇਆ ਹੈ। ਤੁਰਕ ਖਪਾਏ, ਵੱਡੀ ਗਿਣਤੀ ਵਿੱਚ ਹੰਕਾਰੇ ਹੋਏ ਜਿਹੜੇ ਤੁਰਕ ਆਏ ਸਨ, ਜਿਹੜੇ ਕਹਿੰਦੇ ਸਨ ਝਾਟੀ ਅਸੀਂ ਖਤਮ ਕਰ ਦੇਣਾ ਹੈ, ਸਤਿਗੁਰੂ ਜੀ ਦੀ ਫੌਜ ਦਾ ਦਿਨ ਵੀ ਨਹੀਂ ਚੜ੍ਹਨ ਦੇਣਾ ਤੇ ਸਤਿਗੁਰਾਂ ਨੂੰ ਬੰਦੀ ਬਣਾ ਕੇ ਅਸੀਂ ਲੈ ਜਾਣਾ ਹੈ, ਗ੍ਰਿਫਤਾਰ ਕਰਕੇ। ਕਹਿਣ ਲੱਗੇ ਉਹਨਾਂ ਦੀ ਅੱਧਿਓਂ ਜ਼ਿਆਦੀ ਫੌਜ ਰਾਤੋਂ ਰਾਤ ਖਤਮ ਕਰ ਦਿੱਤੀ ਸਤਿਗੁਰਾਂ ਦੀ, ਤੇ ਤੁਰਕ ਜਿਹੜੇ ਮਿੱਟੀ ਦੇ ਵਿੱਚ ਮਿਲਾ ਦਿੱਤੇ। ਸਤਿਗੁਰਾਂ ਦਾ ਬਹੁਤ ਵੱਡਾ ਪ੍ਰਤਾਪ ਹੈ। ਕੌਣ ਕਰੈ ਅਸ ਜੰਗ ਕੋ ਲਸ਼ਕਰ ਬੜ ਆਏ। ਇਸ ਤਰ੍ਹਾਂ ਦੀ ਜੰਗ ਹੋਰ ਕੌਣ ਕਰ ਸਕਦਾ ਹੈ, ਜਿੱਥੇ ਏਡਾ ਵੱਡਾ ਫਰਕ ਹੋਵੇ, ਇੱਕ ਪਾਸੇ 35,000 ਤੇ ਇੱਕ ਪਾਸੇ 4,000। ਏਡਾ ਵੱਡਾ ਫਰਕ ਹੋਵੇ ਤੇ ਤਾਂ ਵੀ ਲਸ਼ਕਰ ਦਾ ਜਿਹੜਾ ਪਾਸਾ ਪਲਟ ਜਾਵੇ, ਗੁਰੂ ਕੀ ਫੌਜ ਜਿੱਤ ਜਾਵੇ। ਮੈਂ ਇਸ ਤਰ੍ਹਾਂ ਦਾ ਜੰਗ ਨਾ ਕਦੇ ਸੁਣਿਆ ਹੈ ਤੇ ਨਾ ਕਦੇ ਦੇਖਿਆ ਸੀਗਾ। ਤੁਰਕ ਹੋਤੇ ਬਹੁ ਅਤ ਕਹੀ ਮਮ ਪਟ ਬਹੁ ਥੋਰੇ। ਤੁਰਕਾਂ ਦੀ ਗਿਣਤੀ ਬੜੀ ਵਿਸ਼ਾਲ ਸੀਗੀ, ਉਹਨਾਂ ਮੁਕਾਬਲੇ ਅਸੀਂ ਤਾਂ ਥੋੜੇ ਜਿਹੇ ਸੀਗੇ। ਰਣ ਕਰ ਐਮ ਮਾਰੇ ਸਕਲ ਕਰ ਜੋਰਤ ਸ਼ੋਰੇ। ਤੇ ਕਹਿਣ ਲੱਗੇ ਜੰਗ ਦੇ ਮੈਦਾਨ ਦੇ ਵਿੱਚ ਫਿਰ ਜਿਹੜੇ ਆਕੜ ਕੇ ਆਏ, ਜਿਹੜੇ ਹੰਕਾਰੇ ਆਏ ਹੋਏ ਸਨ, ਸਾਰੇ ਮਿੱਟੀ ਦੇ ਵਿੱਚ ਮਿਲਾ ਦਿੱਤੇ, ਟੋਟੇ ਟੋਟੇ ਹੋ ਗਏ। ਬਚੇ ਕੇਵਲ ਉਹੀ ਜਿਹੜੇ ਹੱਥ ਜੋੜ ਕੇ, ਜਿਹੜੇ ਛੁੱਟ ਗਏ ਹੱਥ ਜੋੜ ਕੇ। ਕਈਆਂ ਨੇ ਅਖੀਰਲੇ ਸਮੇਂ ਫਿਰ ਸਤਿਗੁਰਾਂ ਦੀ ਫੌਜ ਦੇ ਅੱਗੇ ਹੱਥ ਜੋੜ ਕੇ ਸ਼ਸਤਰ ਸੁੱਟ ਦਿੱਤੇ ਸਨ। ਕਹਿਣ ਲੱਗਿਆ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਕੇਵਲ ਉਹੀ ਬਚੇ ਜਿਨ੍ਹਾਂ ਨੇ ਹਥਿਆਰ ਸੁੱਟ ਦਿੱਤੇ, ਤੇ ਜਾਂ ਜਿਹੜੇ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਝੁਕੇ, ਕੇਵਲ ਉਹਨਾਂ ਦੀ ਹੀ ਜਾਨ ਬਚੀ ਹੈ। ਆਦਿਕ ਪਤ ਤੇ ਸੁਣੀ ਮਨ ਆਨੰਦ ਉਪਾਈ। ਬਹੁਤ ਸਾਰੇ ਇਸ ਤਰ੍ਹਾਂ ਦੇ ਬਚਨ ਆਪਣੇ ਪਤੀ ਦੇ ਕੋਲੋਂ ਸੁਣੇ ਹਨ, ਮਨ ਦੇ ਵਿੱਚ ਵੱਡਾ ਆਨੰਦ ਪੈਦਾ ਹੋਇਆ ਹੈ। ਪੂਜਿਤ ਅਨਕ ਅਕੌਰ ਲੈ
ਸਤਿਗੁਰ ਟਿਕ ਆਈ। ਤੇ ਫਿਰ ਕਈ ਤਰ੍ਹਾਂ ਦੀਆਂ ਭੇਟਾਵਾਂ ਲੈ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ। ਦੋਨੋਂ ਹੱਥ ਜੋੜ ਕਰ ਪਗ ਪਰ ਧਰ ਮਾਥਾ। ਦੋਵੇਂ ਹੱਥ ਜੋੜ ਕਰਕੇ, ਕਿਉਂਕਿ ਇਹ ਪਹਿਲਾਂ ਤੋਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਧਾਲੂ ਹੈ, ਆਪਣੇ ਪਤੀ ਤੋਂ ਵੀ ਪਹਿਲਾਂ ਦੀ। ਬੜੇ ਪ੍ਰੇਮ ਦੇ ਨਾਲ, ਇਹ ਪਾਤਸ਼ਾਹ ਤੁਹਾਡੀ ਬੜੀ ਵੱਡੀ ਕਿਰਪਾ ਹੋਈ ਹੈ, ਮੇਰਾ ਪਤੀ ਵੀ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੈ, ਸ਼ਰਧਾਲੂ ਬਣਿਆ ਹੈ, ਬੜੀ ਖੁਸ਼ ਹੈ। ਤੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਦਰਸ਼ਨ ਤੇ ਹਰਖਤ ਭਾਈ ਸ਼ਰਧਾ ਔਰ ਸਾਥਾ। ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਬੜੀ ਖੁਸ਼ ਹੋਈ ਹੈ ਤੇ ਸ਼ਰਧਾ ਔਰ ਸਾਥਾ ਮਨ ਦੇ ਵਿੱਚ ਭਾਰੀ ਸਨੇਹ ਪਿਆਰ ਸ਼ਰਧਾ ਹੈ। ਸਿੱਖ ਤਨ ਜਾ ਕੋ ਪ੍ਰੇਮ ਲਖ ਵਰ ਗੁਰੂ ਬਖਾਨਾ। ਤੇ ਕਹਿਣ ਲੱਗੇ ਕਿ ਹੁਣ ਇਹਨੂੰ ਆਪਣੇ ਪਿਤਾ ਦੇ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਹੋਈ ਹੈ, ਸਿੱਖ ਦੀ ਪੁੱਤਰੀ ਹੈ ਤੇ ਸਿੱਖ ਧਰਮ ਦੇ ਵਿੱਚ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਲੀਨ ਹੈ। ਸਿੱਖ ਤਨ ਜਾ ਕੋ ਪ੍ਰੇਮ ਲਖ ਗੁਰੂ ਤਪ ਵਰ ਗੁਰੂ ਬਖਾਨਾ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਸਨਾ ਤੋਂ ਉਚਾਰਿਆ ਹੈ। ਰਹੋ ਸੁਹਾਗਣ ਲੋਕ ਜੁਗ ਭੋਗੋ ਸੁਖ ਨਾਨਾ। ਕਹਿਣ ਲੱਗੇ ਹਮੇਸ਼ਾ ਹੀ ਸੁਹਾਗਵੰਤੀ ਰਹੋ ਔਰ ਦੁਨੀਆ ਦੇ ਤਮਾਮ ਆਨੰਦ ਤੁਹਾਨੂੰ ਪ੍ਰਾਪਤ ਹੋਵਣ ਜੀ। ਗੁਰ ਸਿੱਖੀ ਮਨੋ ਮਨ ਰਹੈ ਪਰਵ ਔਰ ਆਸ਼ਾ। ਕਹਿਣ ਲੱਗੇ ਸਿੱਖੀ ਦੇ ਵਿੱਚ ਰਹਿ ਕਰਕੇ ਤੁਸੀਂ ਸੁਖ ਆਨੰਦ ਪ੍ਰਾਪਤ ਕਰੋਗੇ ਤੇ ਹਰੇਕ ਤਰ੍ਹਾਂ ਦੀ ਆਸ਼ਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੁਹਾਡੀ ਪੂਰੀ ਹੋਵੇਗੀ। ਸੰਕਟ ਨਾਨਾ ਭਾਂਤ ਕੇ ਤੁਮ ਤੇ ਹੋਏ ਨਾਸ਼ਾ। ਤੇ ਕਹਿਣ ਲੱਗੇ ਅਨੇਕਾਂ ਤਰ੍ਹਾਂ ਦੇ ਜਿਹੜੇ ਸੰਕਟ ਹਨ ਉਹ ਤੁਹਾਨੂੰ ਪੋ ਨਹੀਂ ਸਕਣਗੇ, ਨਾਸ਼ ਹੋ ਜਾਣਗੇ। ਗੁਰ ਪ੍ਰਸੰਨ ਜਾਣਤ ਪਈ ਮਮ ਕੰਤ ਰਜਾਏ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਖੁਸ਼ ਪ੍ਰਸੰਨ ਸਨ। ਜਾਣਦੀ ਹੈ ਕਿ ਪਤੀ ਨੇ ਵੱਡਾ ਸਾਥ ਦਿੱਤਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਜਿਹਦੇ ਕਰਕੇ ਸਤਿਗੁਰੂ ਜੀ ਸਾਡੇ ਪਰਿਵਾਰ ਤੇ ਅਤ ਪ੍ਰਸੰਨ ਹਨ। ਗੁਰ ਪਰਮੋਦ ਕੋ ਪਾਏ ਕੈ ਸ਼ੁਭ ਦਰਸ਼ਨ ਪਾਏ। ਤੇ ਦੇਖਦੀ ਹੈ ਪਾਤਸ਼ਾਹ ਜੀ ਬੜੇ ਖੁਸ਼, ਅਨੇਕਾਂ ਆਸ਼ੀਰਵਾਦ ਬਖਸ਼ੇ ਹਨ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਬਖਸ਼ਾਂ ਪ੍ਰਾਪਤ ਕਰਕੇ ਬੜੀ ਖੁਸ਼ ਹੋਈ ਹੈ। ਪ੍ਰਭ ਜੀ ਹਮ ਸੇਵਕ ਹੈ ਤੁਮ ਹੋ ਰਖਵਾਰੇ। ਕਹਿਣ ਲੱਗੀ ਹੈ ਪਾਤਸ਼ਾਹ ਅਸੀਂ ਤਾਂ ਤੁਹਾਡੇ ਨਿਮਾਣੇ ਜੇ ਸੇਵਕ ਹਾਂ। ਪ੍ਰਭ ਜੀ ਹਮ ਸੇਵਕ ਹੈ, ਅਸੀਂ ਤੁਹਾਡੇ ਚਰਨਾਂ ਦੇ ਦਾਸ ਹਾਂ। ਤੁਮ ਹੋ ਰਖਵਾਰੇ, ਸਾਡੇ ਤਾਂ ਕੇਵਲ ਤੁਸੀਂ ਹੀ ਪਾਤਸ਼ਾਹ ਰਖਵਾਲੇ ਹੋ। ਵੇਹ ਵਡਾਈ ਦਾਸ ਕੋ ਰਾਵਰ ਵਿਵਹਾਰੇ। ਤੇ ਸਤਿਗੁਰੂ ਜੀ ਤੁਸੀਂ ਆਪਣੇ ਦਾਸਾਂ ਨੂੰ ਹਮੇਸ਼ਾ ਹੀ ਵਡਿਆਈਆਂ ਬਖਸ਼ਦੇ ਹੋ। ਜਿਹੜੇ ਤੁਹਾਡੇ ਚਰਨਾਂ ਦੇ ਨਾਲ ਜੁੜਨ ਉਹ ਆਨੰਦ ਸੁਖ ਪ੍ਰਾਪਤ ਕਰਦੇ ਹਨ। ਕਾਰਨ ਕਰਨ ਸਮਰੱਥ ਹੋ ਜਿਮ ਚਾਹੋ ਬਣਾਵੋ। ਤੇ ਸਤਿਗੁਰੂ ਜੀ ਸਾਰੇ ਕਾਰਨ ਪੈਦਾ ਕਰਨ ਵਾਲੇ ਤੁਸੀਂ ਹੋ ਤੇ ਗਰੀਬ ਨਿਵਾਜ ਤੁਸੀਂ ਸਮਰੱਥ ਹੋ। ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਹੀ ਤਾਂ ਵਰਤ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਬਣ ਜਾਂਦਾ ਹੈ। ਚਰਨ ਕਮਲ ਚਿਤ ਮੈਂ ਬਸੈ ਨਹਿ ਕਬੋ ਭੁਲਾਵੋ। ਔਰ ਪਾਤਸ਼ਾਹ ਜੀ ਇੱਕ ਸਾਡੀ ਬੇਨਤੀ ਹੈ, ਸਤਿਗੁਰੂ ਜੀ ਇਸੇ ਤਰ੍ਹਾਂ ਅਸੀਂ ਪਰਿਵਾਰ ਸਮੇਤ ਤੁਹਾਡੇ ਚਰਨਾਂ ਦੇ ਨਾਲ ਜੁੜੇ ਰਹੀਏ। ਗਰੀਬ ਨਿਵਾਜ ਚਰਨ ਕਮਲ ਚਿਤ ਮੈਂ ਬਸੇ ਨਹਿ ਕਬੂ ਭੁਲਾਵੋ। ਪਾਤਸ਼ਾਹ ਸਾਨੂੰ ਕਦੇ ਵੀ ਭੁਲਾਇਓ ਨਾ, ਹਮੇਸ਼ਾ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜਿਓ, ਨਿਹਾਲ ਕਰਿਓ ਜੀ। ਪੁਨ ਪ੍ਰਣਾਮ ਕਰ ਧਾਮ ਕੋ ਡੋਰੇ ਚੜ ਆਈ। ਔਰ ਫਿਰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਕੇ ਵੰਦਨਾ ਕਰਕੇ ਵਾਪਸ ਰਾਏ ਜੋਧ ਸ਼ਾਹ ਦੀ ਘਰ ਵਾਲੀ ਆਪਣੇ ਘਰ ਦੇ ਵਿੱਚ ਮਹਿਲਾਂ ਦੇ ਵਿੱਚ ਪਰਤੀ ਹੈ। ਕੀ ਸੇਵਾ ਸਕਲ ਹੀ ਸਭ ਬਿਨ ਪਹੁੰਚਾਈ। ਤੇ ਰਾਤ ਵੇਲੇ ਫਿਰ ਘਰ ਦੇ ਵਿੱਚੋਂ ਬਹੁਤ ਸਾਰੇ ਸੇਵਾਦਾਰ ਹੋਰ ਲਾ ਕਰਕੇ ਤੇ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਰਾਤ ਵਾਸਤੇ ਗੁਰੂ ਕੇ ਦਲ ਦਾ ਕੀਤਾ ਹੈ। ਕਈ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਬਾਹਰ ਜਿੱਥੇ ਪਾਤਸ਼ਾਹ ਜੀ ਦਾ ਦਲ ਉਤਰਿਆ ਹੋਇਆ ਹੈ ਸੁੰਦਰ ਸ਼ਮਿਆਨੇ ਲੱਗੇ ਹੋਏ ਸਨ, ਉੱਥੇ ਫਿਰ ਖਾਣ ਪੀਣ ਦੇ ਪਕਵਾਨ ਭੇਜੇ ਹਨ। ਮਦਰ ਤੁਰਸ਼ ਖਟ ਰਸਨ ਕੇ ਪਠੇ ਨਹਾਰਾ। ਤੇ ਕਈ ਮਦਰ
ਕਈ ਨਮਕੀਨ ਤੇ ਕਈ ਮਿੱਠੇ, ਕਈ ਭਾਤਾਂ ਦੇ ਖੱਟ ਮਿੱਠੇ ਜਿਹੜੇ ਪਦਾਰਥ ਹਨ ਬਣਾ ਕੇ ਗੁਰੂ ਕੇ ਯੋਧਿਆਂ ਵਾਸਤੇ, ਸਿੱਖਾਂ ਵਾਸਤੇ, ਸਤਿਗੁਰਾਂ ਵਾਸਤੇ ਵੱਡੀ ਜਿਹੜੀ ਸੇਵਾ ਹੈ ਕਈ ਤਰ੍ਹਾਂ ਦੇ ਪਦਾਰਥਾਂ ਦੇ ਨਾਲ ਕੀਤੀ ਹੈ। ਔਰ ਸੇਵਾਦਾਰਾਂ ਨੂੰ ਕਹਿ ਕਰਕੇ ਸ਼ਾਮ ਵੇਲੇ ਗਰੀਬ ਨਿਵਾਜ ਪਾਤਸ਼ਾਹ ਜੀ ਪਹੁੰਚੇ ਹਨ ਤੇ ਕਹਿ ਕਰਕੇ ਤੇ ਕਈ ਪੰਡਾਂ ਜਿਹੜੀਆਂ ਘਾਹ ਦੀਆਂ ਵੱਡੇ ਦਲ ਵਾਸਤੇ, ਘੋੜਿਆਂ ਵਾਸਤੇ, ਇਹ ਵੀ ਜਿਹੜਾ ਪ੍ਰਬੰਧ ਹੈ ਗੁਰੂ ਕੇ ਦਲ ਵਾਸਤੇ ਇਹਨਾਂ ਨੇ ਕੀਤਾ ਹੈ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਨਾਲ ਭੋਜਨ ਕਰ ਰਹੇ ਹਨ, ਪ੍ਰਸ਼ਾਦਾ ਛਕ ਰਹੇ ਹਨ ਤੇ ਬੜੀ ਭਾਵਨਾ ਸਹਿਤ ਇਹਨਾਂ ਨੇ ਸੇਵਾ ਕੀਤੀ ਹੈ ਤੇ ਗਰੀਬ ਨਿਵਾਜ ਪ੍ਰਸੰਨ ਹੋ ਰਹੇ ਹਨ, ਅਨੇਕਾਂ ਤਰ੍ਹਾਂ ਦੇ ਆਸ਼ੀਰਵਾਦ ਬਖਸ਼ਦੇ ਹਨ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਈ ਤਰ੍ਹਾਂ ਦੇ ਭੋਜਨ ਛਕ ਕੇ ਪ੍ਰਸੰਨ ਹੋਏ, ਤ੍ਰਿਪਤ ਹੋਏ। ਬਾਅਦ ਵਿੱਚ ਸਤਿਗੁਰਾਂ ਨੇ 5 ਇਸ਼ਨਾਨਾਂ ਕੀਤੀਆਂ ਹਨ। ਔਰ ਫਿਰ ਰਾਤ ਵੇਲੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂਸਰ ਮਹਾਰਾਜ ਤੋਂ ਵਾਪਸ ਆ ਕਰਕੇ ਇੱਥੇ ਜਿਹੜੀ ਰਾਤ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਂਗੜ ਪਿੰਡ ਦੇ ਵਿੱਚ ਬਤੀਤ ਕੀਤੀ ਹੈ। ਇਸ਼ਨਾਨ ਪਾਨ ਕਰਨ ਤੋਂ ਬਾਅਦ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਜਾਗੇ ਹਨ ਤੇ ਫਿਰ ਧਿਆਨ ਪਰਮਾਤਮਾ ਦੇ ਵਿੱਚ ਜੋੜਿਆ ਹੈ। ਕਹਿਣ ਲੱਗੇ ਸੌਚ ਇਸ਼ਨਾਨੇ ਠਾਨ ਕਰ ਬ੍ਰਿਤ ਆਤਮ ਰਾਮੂ, ਰਾਮ ਦੇ ਵਿੱਚ, ਮਾਲਕ ਦੇ ਵਿੱਚ ਧਿਆਨ ਸੁਰਤੀ ਬਿਰਤੀ ਨੂੰ ਜੋੜਿਆ ਹੈ। ਤੇ ਜਦੋਂ ਫਿਰ ਦਿਨ ਚੜ ਗਿਆ ਹੈ ਤੇ ਸਤਿਗੁਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਸੋਹਣੀਆਂ ਪੁਸ਼ਾਕਾਂ, ਜੰਗੀ ਉੱਪਰ ਕਈ ਤਰ੍ਹਾਂ ਦੇ ਸ਼ਸਤਰ ਵਸਤਰ ਪਹਿਨ ਕੇ ਪਾਤਸ਼ਾਹ ਜੀ ਤਿਆਰ ਹੋ ਗਏ ਹਨ। ਤੇ ਆਪਣੇ ਪਿੱਠ ਦੇ ਉੱਪਰ ਵੱਡੀ ਜਿਹੜੀ ਢਾਲ ਹੈ, ਸਿਪਰ ਹੈ ਜਿਹੜੀ, ਉਹ ਬੰਨੀ ਹੈ ਤੇ ਭਾਰੀ ਜਿਹੜੇ ਸ਼ਸਤਰ ਉਹ ਸਜਾਏ ਹੋਏ ਹਨ। ਫਿਰ ਸਭਾ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ, ਸੰਗਤਾਂ ਦੇ ਨਾਲ ਬਚਨ ਵਿਲਾਸ ਕਰਨ ਵਾਸਤੇ ਪਾਤਸ਼ਾਹ ਜੀ ਸਜੇ ਹਨ। ਤੇ ਜਿੱਥੇ ਜਿੱਥੇ ਫਿਰ ਸੰਗਤ ਨੂੰ ਪਤਾ ਲੱਗਿਆ ਹੈ ਇੱਕ ਦੂਜੇ ਦੇ ਨਗਰਾਂ ਦੇ ਕੋਲੋਂ ਕਿ ਛੇਵੇਂ ਪਾਤਸ਼ਾਹ ਜੀ ਇਸ ਨਗਰ ਤੋਂ ਜੰਗ ਕਰਨ ਵਾਸਤੇ ਗਏ ਸਨ ਤੇ ਪਤਾ ਭਾਵੇਂ ਪਹਿਲਾਂ ਹੀ ਲੱਗ ਗਿਆ ਕਿ ਫਤਿਹ ਹਾਸਲ ਹੋਈ ਹੈ, ਛੇਵੇਂ ਪਾਤਸ਼ਾਹ ਜੀ ਜਿਉਂ ਹੀ ਪਰਤੇ ਹਨ ਅਗਲੇ ਦਿਨ ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚਣੀ ਆਰੰਭ ਹੋਈ ਹੈ। ਔਰ ਪਤਾ ਹੈ ਕਿ ਨਾਲ ਪਾਤਸ਼ਾਹ ਜੀ ਦੇ ਬਹੁਤ ਵੱਡਾ ਦਲ ਹੈ, ਬਹਾਦਰ ਯੋਧੇ ਹਨ। ਇਸ ਕਰਕੇ ਘਰਾਂ ਤੋਂ ਬੜੀ ਭਾਵਨਾ ਦੇ ਨਾਲ ਦੁੱਧ, ਦਹੀਂ, ਘਿਓ ਤੇ ਅਨੇਕਾਂ ਤਰ੍ਹਾਂ ਦੇ ਨਾਲ ਦੇਸੀ ਘਿਓ ਦੇ ਬਣੇ ਹੋਏ ਪਕਵਾਨ, ਕਈ ਤਰ੍ਹਾਂ ਦੇ ਪਦਾਰਥ ਸੰਗਤ ਗੁਰੂ ਕੇ ਪਿਆਰਿਆਂ ਵਾਸਤੇ ਲਿਆ ਰਹੀ ਹੈ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਉੱਪਰ ਚੌਰ ਬਰਦਾਰ ਬੜੇ ਪ੍ਰੇਮ ਦੇ ਨਾਲ ਪਾਤਸ਼ਾਹ ਜੀ ਸਜੇ ਹੋਏ ਹਨ। ਉਹਨਾਂ ਦੇ ਸੀਸ ਉੱਪਰ ਚੌਰ ਸਾਹਿਬ ਕਰ ਰਹੇ ਹਨ। ਇੰਝ ਲੱਗਦਾ ਹੈ ਜਿਸ ਤਰ੍ਹਾਂ 2 ਹੰਸ ਗਰੀਬ ਨਿਵਾਜ ਸਤਿਗੁਰਾਂ ਦੇ ਉੱਪਰ ਉੱਡ ਰਹੇ ਹੋਣ। ਪਾਤਸ਼ਾਹ ਜੀ ਦੀ ਬਹੁਤ ਵੱਡੀ ਸ਼ੋਭਾ ਹੈ। ਹਰੇ ਹਜ਼ਾਰਾਂ ਜੋਰ ਕਰ ਸ੍ਰੀ ਮੁਖ ਦਰਸਾਵੈ। ਆਸ-ਪਾਸ ਦੇ ਜਿਹੜੇ ਨਗਰ ਸਨ ਉੱਥੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹਨ, ਹਜ਼ਾਰਾਂ ਦੀ ਗਿਣਤੀ ਹੋ ਗਈ ਹੈ। ਖਰੇ ਹਜ਼ਾरों ਜੋਰ ਕਰ ਸ੍ਰੀ ਮੁਖ ਦਰਸਾਵੈ। ਸਾਰਿਆਂ ਦੇ ਅੰਦਰ ਇੱਛਾ ਹੈ ਜਾ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪ੍ਰਾਪਤ ਕਰਕੇ ਨਿਹਾਲ ਹੋ ਰਹੇ ਹਨ। ਤੇ ਇਸ ਤਰ੍ਹਾਂ ਪਾਤਸ਼ਾਹ ਜੀ ਸੋਭ ਰਹੇ ਹਨ ਜਿਸ ਤਰ੍ਹਾਂ ਸਿਆਲਾਂ ਦੇ ਵਿੱਚ ਆਕਾਸ਼ ਦੇ ਵਿੱਚ ਤਾਰਿਆਂ ਦੇ ਵਿਚਕਾਰ ਜਿਸ ਤਰ੍ਹਾਂ ਚੰਦਰਮਾ ਦੀ ਸ਼ੋਭਾ ਹੁੰਦੀ ਹੈ,
ਇਸ ਤਰ੍ਹਾਂ ਗਰੀਬ ਨਿਵਾਜ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੇ ਵਿੱਚ ਬਿਰਾਜਮਾਨ ਹਨ। ਐਸੋ ਕੌਣ ਕਠੋਰ ਨਰ ਪਿਖਨੈ ਮਨ ਮੋਹੈ। ਇਹੋ ਜਿਹਾ ਕਿਹੜਾ ਕਠੋਰ ਬੰਦਾ ਹੈ ਜਿਹੜਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੱਕ ਲਵੇ ਤੇ ਉਹਦਾ ਮਨ ਮੋਹਿਆ ਨਾ ਜਾਵੇ। ਜਿਹੜਾ ਇੱਕ ਵਾਰੀ ਤੱਕ ਲੈਂਦਾ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਰੱਖ ਦਿੰਦਾ ਏ, ਭਾਵੇਂ ਉਹ ਪਹਿਲਾਂ ਪਾਤਸ਼ਾਹ ਜੀ ਨੂੰ ਮਿਲਿਆ ਏ ਭਾਵੇਂ ਨਹੀਂ ਮਿਲਿਆ ਹੈ। ਜਿਹੜਾ ਵੀ ਕੋਈ ਆਇਆ ਹੈ ਸਤਿਗੁਰਾਂ ਦੇ ਦਰਬਾਰ ਦੀ ਵੱਡੀ ਸ਼ੋਭਾ ਦੇਖ ਕਰਕੇ ਉਹਨਾਂ ਦੇ ਅੱਗੇ ਸੀਸ ਝੁਕਾਉਂਦਾ ਹੈ। ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ ਕਿ ਜਿਸ ਦਰ ਪਰ ਸਰ ਨਾ ਝੁਕੇ ਉਸੇ ਦਰ ਨਹੀਂ ਕਹਤੇ, ਕਿ ਉਹ ਦਾਰੀ ਕੀ ਜਿਹਨੂੰ ਦੇਖ ਕੇ ਸ਼ਾਨ ਨੂੰ ਉਹਦੇ ਅੱਗੇ ਸੀਸ ਨਾ ਝੁਕੇ। ਤੇ ਜਿਹੜਾ ਜੋ ਸਰ ਦਰ ਪਰ ਝੁਕ ਜਾਏ ਉਸੇ ਸਰ ਨਹੀਂ ਕਹਤੇ। ਦਰ ਵੀ ਇਹੋ ਜਿਹਾ ਹੋਵੇ ਕਿ ਜਿੱਥੇ ਸੀਸ ਝੁਕਾਉਣ ਨੂੰ ਮਨ ਵੀ ਕਰੇ ਤੇ ਬੰਦਾ ਉੱਥੇ ਝੁਕੇ, ਪਰ ਉੱਥੇ ਜਿਹੜਾ ਝੁਕਿਆ ਬੰਦਾ ਹੈ ਫਿਰ ਉਹ ਵਾਰ-ਵਾਰ ਕਿਤੇ ਹੋਰ ਨਾ ਝੁਕਦਾ ਫਿਰੇ, ਉਹ ਫਿਰ ਇੱਕ ਦਾ ਹੋ ਜਾਵੇ। ਕਹਿਣ ਲੱਗੇ ਕਿ ਦਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ। ਜਿਹੜਾ ਇੱਕ ਵਾਰੀ ਆਉਂਦਾ ਹੈ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਤੇ ਸੀਸ ਰੱਖ ਦਿੰਦਾ ਹੈ ਤੇ ਸਤਿਗੁਰਾਂ ਦਾ ਹੀ ਹੋ ਜਾਂਦਾ ਹੈ। ਇਹੋ ਜਿਹਾ ਕਿਹੜਾ ਮਨ ਹੈ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਕੇ ਮੋਹਿਆ ਨਹੀਂ ਗਿਆ ਹੈ। ਸਾਧੂ ਰੂਪਾ ਪਿਤਾ ਸੁਤ ਦੋਨੋਂ ਚਲ ਆਏ। ਔਰ ਇੱਥੇ ਭਾਈ ਰੂਪਾ ਲਾਗੇ ਪਾਤਸ਼ਾਹ ਜੀ ਨੇ ਜਿਹੜਾ ਨਗਰ ਹੈ ਉਹ ਵਸਾਇਆ ਹੈ। ਇੱਥੇ ਬੜੇ ਪਿਆਰੇ ਗੁਰੂ ਕੇ ਸਿੱਖ ਦੋ ਸਨ, ਭਾਈ ਰੂਪਾ ਜੀ, ਭਾਈ ਸਾਧੂ ਜੀ। ਇਹਨਾਂ ਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਜੀ ਜੰਗ ਜਿੱਤ ਕੇ ਆਏ ਹਨ। ਇਹ ਬੜੀ ਕਾਹਲੀ ਦੇ ਨਾਲ ਚੱਲ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ ਹਨ। ਤੇ ਬੜੀਆਂ ਸੁੰਦਰ ਭੇਟਾਵਾਂ ਰੱਖੀਆਂ ਆ ਕਰਕੇ ਧਰ ਅਕੋਰ ਆਗੇ ਪ੍ਰਭੂ ਪਾਇਨ ਲਪਟਾਏ। ਤੇ ਬਹੁਤ ਸਨੇਹ ਹੈ ਪਾਤਸ਼ਾਹ ਜੀ ਦਾ। ਆਪਾਂ ਪਿੱਛੇ ਜੇ ਪ੍ਰਸੰਗ ਸਰਵਣ ਕਰ ਰਹੇ ਸੀ ਭਾਈ ਰੂਪੇ ਦਾ, ਭਾਈ ਸਾਧੂ ਜੀ ਦਾ। ਦੁਪਹਿਰ ਵੇਲੇ ਜੰਗਲਾਂ ਦੇ ਵਿੱਚੋਂ ਲੱਕੜਾਂ ਕੱਟ ਰਹੇ ਸਨ ਤੇ ਜਿਹੜੀ ਵੀ ਇਹਨਾਂ ਨੂੰ ਭੇਟਾ ਚੰਗੀ ਲੱਗਦੀ ਸੀ ਉਹ ਛੇਵੇਂ ਪਾਤਸ਼ਾਹ ਜੀ ਵਾਸਤੇ ਕੋਈ ਵੀ ਚੀਜ਼ ਰੱਖ ਲੈਂਦੇ ਸਨ। ਇੱਕ ਵਾਰੀ ਦੁਪਹਿਰ ਦੇ ਸਮੇਂ ਠੰਡਾ ਪਾਣੀ ਮਸ਼ਕ ਦੇ ਵਿੱਚ ਪਾਇਆ ਹੋਇਆ ਰੁੱਖ ਦੇ ਥੱਲੇ ਟੰਗਿਆ ਹੈ। ਹਵਾ ਵਗਣ ਦੇ ਨਾਲ ਉਹ ਬੜਾ ਠੰਡਾ ਹੋ ਗਿਆ ਤੇ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਹਾਂ, ਆਪਾਂ ਇਹ ਜਲ ਨਹੀਂ ਛਕਣਾ, ਛੇਵੇਂ ਪਾਤਸ਼ਾਹ ਜੀ ਨੂੰ ਛਕਾਵਾਂਗੇ। ਉੱਥੇ ਹੀ ਬੈਠ ਗਏ, ਪਾਤਸ਼ਾਹ ਜੀ ਨੂੰ ਯਾਦ ਕਰਨ ਲੱਗ ਪਏ। ਤੇ ਗਰੀਬ ਨਿਵਾਜ ਉਸ ਵੇਲੇ ਭਾਈ ਸਾਈਂ ਦਾਸ ਜੀ ਦੇ ਘਰ ਦੇ ਵਿੱਚ ਡਰੌਲੀ ਵਿਖੇ ਸਨ ਛੇਵੇਂ ਪਾਤਸ਼ਾਹ। ਗਰੀਬ ਨਿਵਾਜ ਉੱਥੋਂ ਲੰਮਾ ਸਫ਼ਰ ਤੈਅ ਕਰਕੇ ਦੁਪਹਿਰ ਵੇਲੇ ਇਕੱਲੇ ਘੋੜੇ 'ਤੇ ਸਵਾਰ ਹੋ ਕਰਕੇ ਸਤਿਗੁਰੂ ਜੀ ਇਕੱਲੇ ਹੀ ਇਹਨਾਂ ਦੇ ਕੋਲ ਪਹੁੰਚ ਗਏ ਸਨ ਤੇ ਜਾ ਕੇ ਜਲ ਛਕਿਆ ਤੇ ਬੇਅੰਤ ਬਖਸ਼ਿਸ਼ਾਂ ਕਰਕੇ ਇਹਨਾਂ ਨੂੰ ਨਿਹਾਲ ਕੀਤਾ। ਬਹੁਤ ਵੱਡਾ ਸਨੇਹ ਹੈ ਇਹਨਾਂ ਦੇ ਨਾਲ, ਪਿਆਰ ਹੈ। ਤੇ ਗਰੀਬ ਨਿਵਾਜ ਨੇ ਫਿਰ ਇਹਨਾਂ ਨੂੰ ਹੁਕਮ ਕੀਤਾ ਸੀਗਾ, ਨਵਾਂ ਨਗਰ ਵਸਾਇਆ ਹੈ ਭਾਈ ਰੂਪਾ, ਤੇ ਕਹਿਣ ਲੱਗੇ ਤੁਸੀਂ ਇੱਥੇ ਹੀ ਰਹਿਣਾ ਹੈ, ਤੁਸੀਂ ਸਾਡੇ ਨਾਲ ਜੰਗ ਦੇ ਵਿੱਚ ਨਹੀਂ ਜਾਣਾ, ਤੁਸੀਂ ਇੱਥੇ ਰਹੋ। ਤੇ ਪਹਿਲਾਂ ਇਹ ਜਲ ਦਾ ਪ੍ਰਬੰਧ ਕਰਦੇ ਸਨ ਸੰਗਤਾਂ ਵਾਸਤੇ। ਫਿਰ ਨਾਲ ਨਾਲ ਪਾਤਸ਼ਾਹ ਜੀ ਨੇ ਬਚਨ ਕੀਤਾ ਹੁਣ ਤੁਸੀਂ ਲੰਗਰ ਵੀ ਚਲਾਓ। ਇਹ ਆਪਣੇ ਘਰ ਦੇ ਵਿੱਚ ਰਹਿ ਕਰਕੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਕੋਈ ਲੋੜਵੰਦ ਹੈ ਉਹਨੂੰ ਪ੍ਰਸ਼ਾਦਾ ਛਕਾਉਂਦੇ ਹਨ, ਜਲ ਛਕਾਉਂਦੇ ਹਨ ਰਾਹੀਆਂ ਨੂੰ। ਤੇ ਬੜੀ ਨਿਮਰਤਾ ਦੇ ਨਾਲ ਬੰਦਗੀ ਦੇ ਵਿੱਚ ਲੀਨ ਸੇਵਾ ਕਰਨ ਵਾਲੇ ਹਨ। ਪਾਤਸ਼ਾਹ ਜੀ ਜਿਉਂ ਹੀ ਵਾਪਸ ਪਰਤੇ ਇਹਨਾਂ ਨੂੰ ਖਬਰ ਮਿਲੀ ਹੈ ਤੇ ਕਾਹਲੀ ਦੇ ਨਾਲ ਆਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲਪਟ ਗਏ। ਜਿਸ ਤਰ੍ਹਾਂ ਇੱਕ ਬੱਚਾ ਪਿਤਾ ਦੇਰ ਬਾਅਦ ਘਰ ਦੇ ਵਿੱਚ ਆਵੇ ਤੇ ਬੱਚਾ ਲੱਤਾਂ ਦੇ ਨਾਲ ਲਪਟ ਜਾਂਦਾ ਹੈ, ਇੰਨਾ ਵੱਡਾ ਮੋਹ ਹੈ, ਪਿਆਰ ਹੈ, ਆ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹਨ। ਕੁਸ਼ਲ ਪ੍ਰਸ਼ਨ ਕਰਕੇ ਭਲੇ ਵੇਖਤ ਹਰ ਖਾਨੇ। ਤੇ ਸਤਿਗੁਰਾਂ ਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ ਸੁੱਖ ਸ਼ਾਂਤੀ ਪੁੱਛੀ ਹੈ ਕਿ ਭਾਈ ਕੀ ਹਾਲ ਚਾਲ ਹੈ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਬਹੁਤ ਵੱਡਾ ਇਹਨਾਂ ਦਾ ਸਨਮਾਨ ਕੀਤਾ ਹੈ। ਆਪਨੇ ਜਾਣ ਕਰ ਨੀਕੇ ਸਨਮਾਨੇ। ਤੇ ਸਤਿਗੁਰੂ ਜੀ ਖੁਸ਼ ਹੋਏ ਔਰ ਇਹ ਵੀ ਬਹੁਤ ਪ੍ਰਸੰਨ ਹਨ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਕਰਕੇ ਮਨ ਦੇ ਵਿੱਚ, ਜਿਸ ਤਰ੍ਹਾਂ ਆਪਾਂ ਕਈ ਵਾਰੀ ਸਰਵਣ ਕਰ ਰਹੇ ਸੀਗੇ ਕਿ ਸੰਗਤਾਂ ਦੇ ਮਨ ਦੇ ਵਿੱਚ ਚਿੰਤਾ ਸੀਗੀ, ਏਡੀ ਵੱਡੀ ਲਾਹੌਰ ਤੋਂ ਫੌਜ ਆਈ ਹੈ 35,000 ਦੀ, ਪਤਾ ਨਹੀਂ ਕੀ ਬਣੇਗਾ।
ਪਰ ਜਿਉਂ ਹੀ ਸਤਿਗੁਰਾਂ ਦੇ ਜਿੱਤਣ ਦੀ ਖੁਸ਼ੀ ਔਰ ਪਾਤਸ਼ਾਹ ਜੀ ਸਰੀਰ ਕਰਕੇ ਚੜ੍ਹਦੀ ਕਲਾ ਦੇ ਵਿੱਚ ਹਨ, 9/9 ਹਨ, ਕਿਸੇ ਤਰ੍ਹਾਂ ਦੇ ਕੋਈ ਬਹੁਤੇ ਕੁਛ ਬੜੇ ਥੋੜ੍ਹੇ ਜਿਹੇ ਫੱਟ ਲੱਗੇ ਸਨ, ਪਰ ਕੋਈ ਵੱਡਾ ਫੱਟ ਨਹੀਂ ਲੱਗਿਆ। ਗਰੀਬ ਨਿਵਾਜ ਪਾਤਸ਼ਾਹ ਜੀ ਉਸੇ ਤਰ੍ਹਾਂ ਸੰਗਤ ਦੇ ਵਿੱਚ ਸੁਭਾਏਮਾਨ ਹਨ ਅਤੇ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਦੇਖ ਕਰਕੇ ਔਰ ਇਹ ਗੁਰੂ ਕੇ ਪਿਆਰੇ ਬੜੇ ਖੁਸ਼ ਪ੍ਰਸੰਨ ਹੋਏ ਹਨ। ਪ੍ਰਭ ਜੀ ਮਾਨੋ ਮੰਦ ਮਤ ਜਾਣੈ ਮੈਂ ਭੇਵਾ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਅਸੀਂ ਮਾੜੀ ਥੋੜ੍ਹੀ ਮੱਤ ਵਾਲੇ ਹਾਂ। ਸਤਿਗੁਰੂ ਜੀ ਤੁਹਾਡੀ ਬਰਕਤ ਬਹੁਤ ਵੱਡੀ ਹੈ। ਅਸੀਂ ਸੰਸਾਰੀ ਸਧਾਰਨ ਪੁਰਸ਼ ਕਦੇ ਤੁਹਾਡਾ ਅੰਤ ਨਹੀਂ ਪਾ ਸਕਦੇ ਹਾਂ। ਮਮਤਾ ਚਾਹਤ ਆਪਸੋਂ ਤੁਮ ਦੇਵਨ ਦੇਵਾ। ਪਾਤਸ਼ਾਹ ਜੀ ਬੜੇ ਅਲਪੱਗ ਬੜੇ ਸਧਾਰਨ ਜੇ ਲੋਕ ਤੁਹਾਡੀ ਬਰਾਬਰਤਾ ਕਰਨੀ ਚਾਹੁੰਦੇ ਹਨ ਸਤਿਗੁਰੂ ਜੀ, ਪਰ ਇਹ ਜਾਣਦੇ ਨਹੀਂ, ਇਹ ਬਰਾਬਰਤਾ ਚਾਹੁੰਦੇ ਹਨ। ਪਰ ਪਾਤਸ਼ਾਹ ਤੁਸੀਂ ਤਾਂ ਦੇਵਤਿਆਂ ਦੇ ਦੇਵਤੇ ਹੋ। ਗਰੀਬ ਨਿਵਾਜ ਤੁਸੀਂ ਸਿਰਮੌਰ ਹੋ। ਨਹੀਂ ਸਹਾਰੈ ਸੁਰਾਸੁਰ ਰਣ ਖੇਤ ਮਝਾਰੇ। ਸਤਿਗੁਰੂ ਜੀ ਤੁਹਾਡੇ ਨਾਲ ਤੁਹਾਡੀ ਜਿਹੜੀ ਯੋਗਤਾ ਹੈ, ਗਰੀਬ ਨਿਵਾਜ ਤੁਹਾਡੀ ਜਿਹੜੀ ਸਮਰੱਥਾ ਹੈ ਪਾਤਸ਼ਾਹ ਜੀ, ਇਹਨੂੰ ਤਾਂ ਦੇਵਤੇ ਵੀ ਸਹਾਰ ਨਹੀਂ ਸਕਦੇ। ਗਰੀਬ ਨਿਵਾਜ ਇਹ ਤੁਹਾਡੇ ਤੋਂ ਕੀ ਜਿੱਤ ਲੈਣਗੇ, ਕਿਵੇਂ ਇਹ ਵਿਜੇ ਪ੍ਰਾਪਤ ਕਰ ਲੈਣਗੇ? ਪਾਤਸ਼ਾਹ ਜੀ ਤੁਹਾਡੀ ਵਡਿਆਈ ਵੱਡੀ ਹੈ। ਕੌਣ ਤੁਰਕ ਗਨ ਬਾਪੁਰੇ ਜੇ ਫਿਰੈ ਨਗਾਰੇ। ਕਿਹੜੇ ਇਹ ਵਿਚਾਰੇ ਤੁਰਕ ਹਨ, ਇਹ ਦੁਸ਼ਮਣ ਜਿਹੜੇ ਤੁਹਾਡੇ ਅੱਗੇ ਬਹੁਤਾ ਸਮਾਂ ਟਿਕ ਜਾਣ। ਸ੍ਰੀ ਹਰਿਗੋਬਿੰਦ ਕਹਿਤ ਤੇ ਹੈ ਨਾਮ ਸੁਹੇਲਾ। ਤੇ ਲੰਮਾ ਸਮਾਂ ਸੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਹਨਾਂ ਨੇ ਬਚਨ ਵਿਲਾਸ ਕੀਤੇ ਹਨ ਤੇ ਸਤਿਗੁਰਾਂ ਨੇ ਸਹਿਬ ਸੁਭਾਵਿਕ ਇੱਕ ਬਚਨ ਕੀਤਾ। ਕਹਿਣ ਲੱਗੇ 2 ਘੋੜੇ ਸਨ, ਬਾਬਾ ਬਿਧੀ ਚੰਦ ਜੀ ਲੈ ਕੇ ਆਏ ਸਨ ਜਿਹੜੇ, ਉਹਨਾਂ ਦੇ ਵਿੱਚੋਂ ਇੱਕ ਘੋੜਾ ਜੰਗ ਦੇ ਮੈਦਾਨ ਦੇ ਵਿੱਚ ਜਿਹਦਾ ਸੁਹੇਲਾ ਨਾਮ ਸੀਗਾ। ਰਹਿਓ ਜੰਗ ਮਹਿ ਸ਼ਤਰ ਹੱਥ ਬਹੁ ਕਾਵਨ ਮੇਲਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਜੰਗ ਕਰਦਿਆਂ ਕਰਦਿਆਂ ਕਈ ਤਰ੍ਹਾਂ ਦੇ ਉਹਦੇ ਸਰੀਰ ਤੇ ਫੱਟ ਲੱਗ ਗਏ ਸਨ। ਜਿਹੜੇ ਘੋੜੇ ਤੇ 6ਵੇਂ ਪਾਤਸ਼ਾਹ ਜੀ ਸਵਾਰ ਸਨ, ਉਹਦੇ ਤੇ ਤੀਰ ਲੱਗਣ ਦੇ ਨਾਲ, ਬਰਛੇ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਸੀਗਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਜੰਗ ਦੇ ਮੈਦਾਨ ਦੇ ਵਿੱਚ ਉਹ ਮਾਰਿਆ ਗਿਆ ਹੈ। ਸੁਨਤ ਜੋਧ ਕਰ ਜੋਰ ਕਹਿ ਸਨਮੁਖ ਰਣ ਮਾਹੀ। ਤੇ ਰਾਏ ਜੋਧ ਸਰਦਾਰ ਜੋਧ ਸ਼ਾਹ ਜਿਹੜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ, ਹੱਥ ਜੋੜ ਕੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ। ਤੁਮਰੇ ਚਰਨ ਸਪਰਸ਼ ਤੇ ਹੋਏ ਪ੍ਰਾਨ ਤੇ ਨਾਹੀ। ਹੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਤੁਹਾਡੇ ਚਰਨਾਂ ਦੇ ਨਾਲ ਜੁੜ ਕਰਕੇ ਤੁਹਾਡੀ ਛੋਹ ਉਹਨੂੰ ਪ੍ਰਾਪਤ ਹੋਈ ਹੈ ਘੋੜੇ ਨੂੰ। ਤੇ ਗਰੀਬ ਨਿਵਾਜ ਜਿਸ ਉੱਪਰ ਤੁਸੀਂ ਸਵਾਰਾ ਕੀਤਾ ਹੋਵੇ ਪਾਤਸ਼ਾਹ ਜੀ, ਉਹਦਾ ਜੀਵਨ ਤਾਂ ਸਫਲ ਹੋ ਗਿਆ ਹੈ। ਤੁਮਰੇ ਚਰਨ ਸਪਰਸ਼ ਤੇ ਹੋਏ ਪ੍ਰਾਨ ਬਿਨਾਹੀ। ਗਰੀਬ ਨਿਵਾਜ ਤੁਹਾਡੀ ਛੋਹ ਪ੍ਰਾਪਤ ਕਰਕੇ ਉਹਦੇ ਪ੍ਰਾਣਾਂ ਦਾ ਅੰਤ ਹੋਇਆ ਹੈ, ਉਹਦਾ ਜੀਵਨ ਸਫਲ ਹੋ ਗਿਆ ਹੈ। ਉੱਤਮ ਪਦ ਪ੍ਰਾਪਤ ਪਇਓ ਤਿਨ ਧਨ ਮਹਾਨਾ। ਤੇ ਸਤਿਗੁਰੂ ਜੀ ਉਹ ਤਾਂ ਫਿਰ ਬਹੁਤ ਵੱਡੀ ਉੱਤਮ ਜਿਹੜੀ ਪਦਵੀ ਹੈ ਉਹਨੂੰ ਉਹ ਪ੍ਰਾਪਤ ਕਰ ਗਿਆ ਹੈ। ਹੇ ਪਾਤਸ਼ਾਹ ਗਰੀਬ ਨਿਵਾਜ ਜੀਓ, ਤੁਹਾਡੀ ਕਿਰਪਾ ਦੇ ਨਾਲ ਉਹਦਾ ਜਿਹੜਾ ਜੀਵਨ ਹੈ, ਉਹਦਾ ਜਿਹੜਾ ਜਨਮ ਹੈ ਉਹ ਧਨ ਹੋ ਗਿਆ, ਪ੍ਰਵਾਨ ਹੋ ਗਿਆ, ਸਫਲ ਹੋ ਗਿਆ ਹੈ। ਬੜੇ ਭਾਗ ਪੂਰਬ ਹੋਤੇ ਨਹਿ ਆਨ ਸਮਾਨਾ। ਕਹਿਣ ਲੱਗੇ ਉਹਦੇ ਵੀ ਚੰਗੇ ਭਾਗ, ਬਹੁਤ ਵੱਡੇ ਭਾਗ ਹੋਣਗੇ ਜਿਸ ਨੂੰ ਏਡੀ ਵੱਡੀ ਸੇਵਾ ਪ੍ਰਾਪਤ ਹੋਈ ਹੈ, ਤੁਹਾਡੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ। ਗਰੀਬ ਨਿਵਾਜ ਉਹਦੇ ਵਰਗਾ ਵੀ ਹੋਰ ਕੋਈ ਪਸ਼ੂ ਨਹੀਂ ਹੋ ਸਕਦਾ ਹੈ। ਚੰਦ ਸੁਨ ਕਹਿ ਕਹਿਓ ਵਿਸ਼ਰਨ ਦੁਖ ਭਾਰੀ। ਤੇ ਬਾਬਾ ਬਿਧੀ ਚੰਦ ਜੀ ਕਿਉਂਕਿ ਘੋੜਿਆਂ ਦੇ ਬਾਰੇ ਤਜਰਬਾ ਹੈ, ਲੰਮਾ ਸਮਾਂ ਜਦੋਂ ਘੋੜੇ ਲਾਹੌਰ ਤੋਂ ਕੱਢ ਕੇ ਲੈ ਕੇ ਆਏ ਸਨ, ਉੱਥੇ ਵੀ ਰਹੇ। ਇੱਕ ਵਾਰੀ ਘਾਈ ਬਣ ਕੇ, ਦੂਜੀ ਵਾਰੀ ਜੋਤਸ਼ੀ ਬਣ ਕਰਕੇ ਬਾਬਾ ਬਿਧੀ ਚੰਦ ਜੀ ਉੱਥੇ ਰਹੇ ਸਨ। ਬਾਬਾ ਬਿਧੀ ਚੰਦ ਜੀ ਬਚਨ ਸੁਣ ਰਹੇ ਹਨ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਸਨ ਤੇ ਕਹਿਣ ਲੱਗੇ, ਪਾਤਸ਼ਾਹ ਇਹ ਘੋੜੇ ਆਪਸ ਦੇ ਵਿੱਚ ਵਿਛੜ ਕੇ ਤੇ ਬੜਾ ਦੁੱਖ ਪ੍ਰਾਪਤ ਕਰਦੇ ਸਨ। ਇੱਕ ਵਾਰੀ ਬਾਬਾ ਬਿਧੀ ਚੰਦ ਜੀ ਲਾਹੌਰ ਤੋਂ
ਇੱਕ ਘੋੜਾ ਕੱਢ ਲਿਆਏ ਸਨ ਪਹਿਲਾਂ, ਅਤੇ ਉਹ ਘੋੜਾ ਫਿਰ ਮਨ ਨਹੀਂ ਸੀ ਲਾਉਂਦਾ, ਉਹਨਾਂ ਚਿਰ ਕੁਝ ਦਾਣਾ ਪਾਣੀ ਖਾਂਦਾ ਨਹੀਂ ਸੀਗਾ, ਜਦੋਂ ਤੱਕ ਦੂਜਾ ਘੋੜਾ ਨਹੀਂ ਸੀ ਆ ਗਿਆ। ਇਹ ਦੋਨਾਂ ਦੀ ਜੋੜੀ ਇਕੱਠਿਆਂ ਰਹੀ ਹੈ ਲੰਮੇ ਸਮੇਂ ਤੋਂ, ਆਪਸ ਦੇ ਵਿੱਚ ਬੜਾ ਇਹਨਾਂ ਦਾ ਜਾਨਵਰਾਂ ਦਾ ਇਕੱਠੇ ਰਹਿਣ ਕਰਕੇ ਪ੍ਰੇਮ ਸੀਗਾ। ਰਾਵਰ ਬਾਕਨ ਤੇ ਮਿਟਿਓ ਸ਼ਾਂਤੀ ਮਨ ਧਾਰੀ। ਤੇ ਜਿਹੜਾ ਘੋੜਾ ਬਚਿਆ ਹੋਇਆ ਹੈ, ਕਹਿਣ ਤੋਂ ਭਾਵ ਗੁਲਬਾਗ ਘੋੜਾ, ਜਿਹੜਾ ਦਿਲਬਾਗ ਘੋੜਾ, ਗੁਲਬਾਗ ਮਾਰਿਆ ਗਿਆ ਹੈ ਤੇ ਦਿਲਬਾਗ ਸਤਿਗੁਰਾਂ ਦੇ ਕੋਲ ਬਚਿਆ ਹੋਇਆ ਜਿਹੜਾ ਘੋੜਾ ਸੀਗਾ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਕਈ ਦਿਨ ਉਹਨੇ ਵੀ ਕੁਝ ਖਾਧਾ ਪੀਤਾ ਨਹੀਂ ਹੈ। ਫਿਰ ਪਾਤਸ਼ਾਹ ਜੀ ਜਦੋਂ ਤੁਸੀਂ ਗਏ ਸੀਗੇ ਜਾ ਕੇ ਥਾਪੜਾ ਦਿੱਤਾ ਸੀਗਾ, ਕੁਛ ਬਚਨ ਕੀਤੇ, ਅਤੇ ਹੁਣ ਉਹਦੇ ਅੰਦਰੋਂ ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਦੂਰ ਹੋਇਆ ਹੈ, ਹੁਣ ਘੋੜਾ ਸ਼ਾਂਤ ਹੋਇਆ ਹੈ। ਜੇਕਰ ਹੋਤੋ ਅਪਰ ਟਿਕ ਇੱਕ ਕੇ ਮਰ ਜਾਣੇ। ਜੇ ਕਿਤੇ ਇਹ ਘੋੜੇ ਹੋਰ ਕਿਤੇ ਹੁੰਦੇ, ਇੱਕ ਵਿਛੜ ਗਿਆ ਸੀਗਾ ਤੇ ਦੂਜੇ ਨੇ ਵੀ ਨਹੀਂ ਸੀ ਰਹਿਣਾ, ਦੂਜੇ ਨੇ ਵੀ ਮਰ ਜਾਣਾ ਸੀਗਾ। ਇਹਨਾਂ ਦਾ ਆਪਸ ਦੇ ਵਿੱਚ ਸਨੇਹ ਏਡਾ ਵੱਡਾ ਸੀਗਾ। ਜੇ ਕਿਤੇ ਹੋਰ ਜਗ੍ਹਾ 'ਤੇ ਹੁੰਦੇ ਤੇ ਮਰ ਜਾਂਦੇ, ਇੱਕ ਦੇ ਦੂਜੇ ਤੋਂ ਬਿਨਾਂ ਰਹਿ ਨਹੀਂ ਸੀ ਸਕਦਾ ਦੂਜਾ ਘੋੜਾ ਵੀ। ਇਹ ਤਾਂ ਪਾਤਸ਼ਾਹ ਜੀ ਤੁਸੀਂ ਜਾ ਕਰਕੇ ਥਾਪੜਾ ਦਿੱਤਾ ਹੈ ਜਦੋਂ ਦਾ, ਉਦੋਂ ਦਾ ਫਿਰ ਉਹ ਮਨ ਉਹਦਾ ਸ਼ਾਂਤ ਹੋ ਗਿਆ ਹੈ। ਦੋਨੋਂ ਮਰਦੇ ਰਹਿਤ ਨੇ ਅਸ ਪ੍ਰੇਮ ਮਹਾਨੇ। ਔਰ ਇਹਨਾਂ ਦਾ ਆਪਸ ਦੇ ਵਿੱਚ ਬੜਾ ਮਹਾਨ ਪ੍ਰੇਮ ਸੀਗਾ। ਇਹ ਦੋਨਾਂ ਦੀ ਜੋੜੀ ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੀ। ਗਰੀਬ ਨਿਵਾਜ ਪਰ ਧਨ ਹਨ ਜਿਨ੍ਹਾਂ ਨੂੰ ਤੁਹਾਡੇ ਚਰਨਾਂ ਦੀ ਛੋਹ ਔਰ ਏਡੀ ਵੱਡੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਾਤੀ ਮਲਕ ਬਖਾਨ ਤੋ ਇਨ ਸਾਹਮਣੇ ਆਨਾ। ਔਰ ਗੁਰੂ ਕੇ ਚਰਨਾਂ ਦੇ ਇੱਕ ਹੋਰ ਯੋਧਾ ਸੈਨਾਪਤੀ ਜਿਹਨੇ ਜੰਗ ਦੇ ਮੈਦਾਨ ਦੇ ਵਿੱਚ ਬਹੁਤ ਵੱਡਾ ਮੁਕਾਬਲਾ ਕੀਤਾ ਹੈ, ਜਾਤੀ ਮਲਕ ਬੇਨਤੀ ਕਰਦਾ ਹੈ, ਕਹਿਣ ਲੱਗਿਆ ਪਾਤਸ਼ਾਹ ਜਾਤੀ ਮਲਕ ਬਖਾਨਿਓ ਇਨ ਸਾਹਮਣੇ ਹੈ ਆਨਾ। ਇਹਨਾਂ ਦੇ ਵਰਗਾ ਪਸ਼ੂ ਜਿਹੜਾ ਹੋਰ ਨਹੀਂ ਹੈ ਕੋਈ। ਗਰੀਬ ਨਿਵਾਜ ਪਾਤਸ਼ਾਹ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤ ਬੈਠੀ ਹੈ, ਆਪਸ ਦੇ ਵਿੱਚ ਸਾਰੇ ਬਚਨ ਵਿਲਾਸ ਕਰ ਰਹੇ ਸਨ। ਉਤੇ ਉਚਿਤ ਇਹ ਆਪ ਕੇ ਤੁਮ ਮਹਿਦ ਮਹਾਨਾ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਹੋਤੇ ਉਚਿਤ ਇਹ ਆਪ ਕੇ, ਸਤਿਗੁਰੂ ਜੀ ਇਹੀ ਘੋੜੇ ਜਿਹੜੇ ਬੜੇ ਗੁਣੀ ਹਨ ਤੇ ਸਰੀਰ ਕਰਕੇ ਬੜੇ ਬਲੀ ਹਨ। ਆਪਾਂ ਕਈ ਵਾਰੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਪੜ੍ਹਦਿਆਂ ਹੋਇਆਂ ਕਦੇ ਕਦੇ ਆਪਾਂ ਉਹਨਾਂ ਦੇ ਸਰੀਰ ਬਾਰੇ ਵੀ ਕੁਝ ਬਚਨ ਇਤਿਹਾਸ ਦੇ ਵਿੱਚ ਆਉਂਦੇ ਹਨ, ਸਾਂਝੇ ਕਰਦੇ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਸਰੀਰ ਹੈ ਉਹ ਬੜਾ ਬਲੀ ਸੀਗਾ। ਗਰੀਬ ਨਿਵਾਜ ਜਿੱਥੇ ਬਹੁਤ ਜਵਾਨ ਲੰਮੇ ਸੀਗੇ, ਉੱਥੇ ਸਰੀਰ ਪਾਤਸ਼ਾਹ ਜੀ ਦਾ ਬੜਾ ਗੁੰਦਵਾਂ ਬੜਾ ਭਰਿਆ ਹੋਇਆ ਸੀਗਾ। ਅਤੇ ਸਤਿਗੁਰੂ ਜੀ ਇਤਿਹਾਸ ਦੇ ਵਿੱਚ ਇਹ ਬਚਨ ਮਿਲਦੇ ਹਨ ਕਿ ਸਤਿਗੁਰੂ ਜੀ ਇੱਕ ਘੋੜੇ 'ਤੇ ਜ਼ਿਆਦਾ ਲੰਮਾ ਸਮਾਂ ਸਵਾਰੀ ਨਹੀਂ ਸੀ ਕਰਦੇ, ਘੋੜਾ ਥੱਕ ਜਾਂਦਾ ਸੀਗਾ ਅਤੇ ਕੁਝ ਸਮੇਂ ਬਾਅਦ ਘੋੜੇ ਨੂੰ ਬਦਲਣਾ ਪੈਂਦਾ ਸੀਗਾ। ਅਤੇ ਸਧਾਰਨ ਘੋੜਾ ਜਿਹੜਾ ਹੈ ਉਹ ਗਰੀਬ ਨਿਵਾਜ ਸਤਿਗੁਰਾਂ ਦੀ ਯੋਗਤਾ ਦੀ ਸਮਰੱਥਾ ਨਹੀਂ ਸੀ ਰੱਖਦਾ। ਘੋੜਾ ਵੀ ਜਵਾਨ ਹੋਣਾ ਚਾਹੀਦਾ ਹੈ, ਬੜਾ ਬਲੀ ਹੋਣਾ ਚਾਹੀਦਾ ਹੈ, ਜਿਹੜਾ ਸਤਿਗੁਰੂ ਜੀ ਆਪਣੇ ਵਾਸਤੇ ਵਰਤਦੇ ਸਨ। ਕਹਿਣ ਲੱਗੇ ਪਾਤਸ਼ਾਹ ਜਾਤੀ ਮਲਕ ਬੇਨਤੀ ਕਰਦਾ ਹੈ, ਗੁਰੂ ਕਾ ਯੋਧਾ ਸਤਿਗੁਰੂ ਜੀ ਇਹ ਬੜੇ ਬਲੀ ਅਤੇ ਤੇਜ਼ ਘੋੜੇ ਹਨ, ਇਹ ਤੁਹਾਡੇ ਵਾਸਤੇ ਉਚਿਤ ਤੁਹਾਡੇ ਵਾਸਤੇ ਯੋਗ ਸਨ। ਅਤੇ ਸਤਿਗੁਰੂ ਜੀ ਜਿਹੜੇ ਤੁਹਾਡੀ ਸੇਵਾ ਦੇ ਵਿੱਚ ਲੱਗੇ ਹੋਏ ਹਨ। ਇਤਿਆਦ ਕਰਨ ਵਾਰਤਾ ਮਾਰਨ ਤੁਰਕਾਨੇ। ਇਸ ਤਰ੍ਹਾਂ ਦੀਆਂ ਆਪਸ ਦੇ ਵਿੱਚ ਵਿਚਾਰਾਂ ਇਹ ਗੁਰੂ ਕੇ ਪਿਆਰੇ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਾਂਗੜ ਪਿੰਡ ਦੇ ਵਿੱਚ ਬੈਠ ਕੇ ਬਹੁਤ ਸਾਰੀ ਸੰਗਤ ਆਈ ਹੋਈ ਹੈ ਅਤੇ ਇਸ ਤਰ੍ਹਾਂ ਦੇ ਬਚਨ ਜੰਗ ਦੇ ਚੱਲ ਰਹੇ ਹਨ। ਅਤੇ ਉਸ ਵੇਲੇ ਇਤਿਆਦ ਕਰਨ ਵਾਰਤਾ ਮਾਰਨ ਤੁਰਕਾਨੇ, ਫਿਰ ਜੰਗ ਦੇ ਮੈਦਾਨ ਦੇ ਵਿੱਚ ਜਿਵੇਂ ਜਿਵੇਂ ਦੁਸ਼ਮਣਾਂ ਦੇ ਦਲ ਆਏ ਹਨ ਅਤੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਸੂਰਮੇ ਨੇ ਕਿਵੇਂ ਕਿਵੇਂ ਮੁਕਾਬਲਾ ਕੀਤਾ, ਇਹ ਵੀ ਜਿਹੜੇ ਬਚਨ ਉੱਥੇ ਬੈਠ ਕੇ ਚੱਲੇ ਹਨ। ਇਤਿਆਦ ਕਰਨ ਵਾਰਤਾ ਮਾਰਨ ਤੁਰਕਾਨੇ, ਜਿਸ ਤਰ੍ਹਾਂ ਤੁਰਕ ਮਾਰੇ ਹਨ, ਖਤਮ ਕੀਤੇ ਹਨ, ਜਿਨ੍ਹਾਂ ਨੇ ਰਾਤ ਵੇਲੇ ਗੁਰੂ ਕੀ ਸੈਨਾ ਦੇ ਉੱਪਰ ਬਹੁਤ ਵੱਡਾ ਹਮਲਾ ਕੀਤਾ ਸੀਗਾ। ਸਾਰੇ ਬਚਨ ਗੁਰੂ ਕੀ ਸੰਗਤ ਵਿੱਚ ਬੈਠ ਕੇ ਯੋਧੇ ਕਰ ਰਹੇ ਸਨ। ਕਹਿਤ ਸੁਨਤ ਬੀਤੀ ਜਥਾ ਸੁਨ ਸੁਨ ਬਿਸਮਾਨੇ। ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਇਹ ਸਾਰੇ ਬਚਨ ਵਿਲਾਸ ਸੁਣ ਕਰਕੇ ਜਿਹੜੀ ਆਮ ਸੰਗਤ ਬੈਠੀ ਹੈ, ਜਿਨ੍ਹਾਂ ਨੇ ਜੰਗ ਦੇਖਿਆ ਨਹੀਂ ਜਾਂ ਪਹਿਲਾਂ ਸੁਣਿਆ ਨਹੀਂ ਸੀਗਾ,
ਤੇ ਉਹ ਦੇਖ ਦੇਖ ਕੇ ਹੈਰਾਨ ਰਹਿ ਰਹੇ ਹਨ ਕਿ ਭਾਈ ਦੇਖੋ 4000 ਦੀ ਫੌਜ ਨੇ ਸ਼ਾਹਜਹਾਨ ਦਾ ਬਾਦਸ਼ਾਹ ਦਾ ਏਡਾ ਵੱਡਾ ਜਿਹੜਾ ਦਲ ਹੈ ਉਹ ਰਾਤ ਤੇ ਅਗਲੇ ਦੁਪਹਿਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਖਤਮ ਕਰ ਦਿੱਤਾ। ਕਿੰਨੀ ਮਹਾਨਤਾ ਦੇ ਨਾਲ, ਸੂਰਬੀਰਤਾ ਦੇ ਨਾਲ ਉਹ ਯੋਧੇ ਲੜੇ ਹੋਣਗੇ, ਕਿੱਡਾ ਤਗੜਾ ਤਜਰਬਾ ਹੋਏਗਾ, ਕਿੰਨੀ ਸੁੰਦਰ ਉਹਨਾਂ ਦੀ ਮੋਰਚਾਬੰਦੀ ਹੋਏਗੀ, ਜੰਗ ਦੀ ਤਕਨੀਕ ਹੋਏਗੀ, ਢੰਗ ਹੋਏਗਾ, ਜਿਨ੍ਹਾਂ ਨੇ ਏਡੀ ਵੱਡੀ ਤਜਰਬੇਕਾਰ ਜਿਹੜੀ ਫੌਜ ਹੈ ਉਹਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਤੇ ਗੁਰੂ ਕੇ ਸੈਨਾ ਦਾ ਜਿਹੜਾ ਬਲ ਹੈ ਉਹਦੇ ਬਾਰੇ ਸੁਣ ਸੁਣ ਕੇ ਇਕੱਠੀ ਹੋਈ ਜਿਹੜੀ ਸੰਗਤ ਹੈ ਉਹ ਜਿੱਥੇ ਹੈਰਾਨ ਹੋ ਰਹੀ ਹੈ, ਉੱਥੇ ਸਤਿਗੁਰਾਂ ਦੇ ਚਰਨਾਂ ਤੋਂ ਸਦਕੇ ਬਲਿਹਾਰ ਜਾ ਰਹੀ ਹੈ। ਹੇ ਪਾਤਸ਼ਾਹ ਤੁਸੀਂ ਧੰਨ ਹੋ, ਤੁਹਾਡੇ ਯੋਧੇ ਧੰਨ ਹਨ। ਕਿਸੇ ਰੀਤ ਤ੍ਰੈ ਜਾਮਨੀ ਗੁਰ ਤਹਾਂ ਬਿਤਾਈ। ਔਰ ਇਸੇ ਢੰਗ ਦੇ ਨਾਲ 3 ਦਿਨ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਜਿੱਤਣ ਤੋਂ ਬਾਅਦ ਵਾਪਸ ਪਰਤ ਕੇ ਕਾਂਗੜ ਪਿੰਡ ਦੇ ਵਿੱਚ 6ਵੇਂ ਪਾਤਸ਼ਾਹ ਜੀ ਨੇ ਇੱਥੇ 3 ਰਾਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਤੀਤ ਕੀਤੀਆਂ ਹਨ। ਚੌਥੇ ਦਿਨ ਤਹ ਤੇ ਚੜੇ ਬੜ ਧੁੰਦ ਬਵਾਈ। ਦਿਨ ਹੋਇਆ ਹੈ ਤੇ ਵੱਡੇ ਨਗਾਰੇ ਸੁਬਾਹ ਵੇਲੇ ਵੱਜੇ ਹਨ, ਬਹੁਤ ਵੱਡੇ ਨਗਾਰਿਆਂ ਦੀ ਆਵਾਜ਼ ਆਈ ਹੈ। 6ਵੇਂ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋਏ ਹਨ, ਘੋੜਿਆਂ 'ਤੇ ਸਵਾਰ ਹਨ ਤੇ ਉੱਥੋਂ ਜਿਵੇਂ ਪਾਤਸ਼ਾਹ ਜੀ ਚੱਲਦੇ ਹਨ। ਸਮਾਂ ਸਮਾਪਤ ਹੈ। ਅਗਲੇ ਰਾਹ ਇਤਿਹਾਸ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਗਰੀਬ ਨਿਵਾਜ ਪਾਤਸ਼ਾਹ ਜੀ 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ। ਭਾਰੀ ਗਰੀਬ ਨਿਵਾਜ ਵੱਡੇ ਸੂਰਮੇ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਗਰੀਬ ਨਿਵਾਜ ਸਤਿਗੁਰੂ ਜੀ ਵੱਡੇ ਜੋਧੇ, ਮਹਾਨ ਪਰਉਪਕਾਰੀ, ਭਗਤੀ ਸ਼ਕਤੀ ਦੇ ਮੁਜੱਸਮੇ, ਸੰਤ ਸਿਪਾਹੀ ਗਰੀਬ ਨਿਵਾਜ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ। ਉਹਨਾਂ ਦਾ ਜੀਵਨ, ਉਹਨਾਂ ਦੇ ਚਰਨਾਂ ਦੇ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ, ਉਹਨਾਂ ਦਾ ਜੀਵਨ ਸਰਵਣ ਕਰਕੇ ਨਿਹਾਲ ਹੋ ਰਹੇ ਹਾਂ। ਸਤਿਗੁਰੂ ਜੀ ਮਿਹਰ ਕਰਨ, ਸਭਨਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਸਭਨਾਂ ਦੀ ਹਾਜ਼ਰੀ ਔਰ ਕੀਤੀਆਂ ਹੋਈਆਂ ਸੇਵਾਵਾਂ ਯਾਤਰਾ ਸਤਿਗੁਰੂ ਜੀ ਸਭਨਾਂ ਦੀ ਸਫਲ ਕਰਨ। ਔਰ ਆਪ ਸਮੂਹ ਸੰਗਤ ਨੂੰ ਬੇਨਤੀ ਹੈ, ਪਿਛਲੇ ਕੁਝ ਦਿਨਾਂ ਤੋਂ ਆਪਾਂ ਸਰਬੱਤ ਦੇ ਭਲੇ ਵਾਸਤੇ, ਤੰਦਰੁਸਤੀ ਵਾਸਤੇ, ਜਗਤ ਦੀ ਚੜ੍ਹਦੀ ਕਲਾ ਵਾਸਤੇ ਕੁਝ ਕੁ ਸਮਾਂ ਰਲ ਕੇ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ। ਕੁਝ ਕੁ ਸਮਾਂ ਇਕਾਗਰਤਾ ਸਹਿਤ ਸਾਰੀ ਸੰਗਤ ਸਿਮਰਨ ਦੇ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।